ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਪਰ ਸ਼ੋਭਾਇਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਦਾ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ, ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰਾਂ ਦੇ ਅਸਥਾਨ ਦੇ ਉੱਤੇ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮੇਸ਼ ਪਿਤਾ ਜੀ ਦਾ ਪਵਿੱਤਰ ਜੀਵਨ ਇਤਿਹਾਸ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ, ਉਸ ਦੇ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿਖੇ ਬਿਰਾਜ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਸਾਰੇ ਵਿਦਵਾਨ ਸਿੱਖਾਂ ਨੇ ਜੋ ਵਿਦਵਤਾ ਭਰਪੂਰ ਸਵਾਲ ਕੀਤੇ ਹਨ, ਉਹਨਾਂ ਦੇ ਤਸੱਲੀ ਬਖਸ਼ ਉੱਤਰ ਸਤਿਗੁਰੂ ਦੇ ਪਰਮ ਪਿਆਰੇ ਸੇਵਕ ਬ੍ਰਹਮ ਬੇਤੇ ਮਹਾਂਪੁਰਖ ਪਿਆਰੇ ਭਾਈ ਦਇਆ ਸਿੰਘ ਜੀ ਸਵਾਲਾਂ ਦੇ ਜਵਾਬ ਦੇ ਰਹੇ ਹਨ। ਆਪਾਂ ਪਿਛਲੇ ਕਈ ਅਧਿਆਏ ਇਹਨਾਂ ਸਵਾਲਾਂ ਜਵਾਬਾਂ ਦੇ ਸੰਬੰਧ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਬੀਤੇ ਕੱਲ੍ਹ ਜੋ ਅਧਿਆਏ ਆਰੰਭ ਹੋਇਆ ਜਿਸ ਦਾ ਨਾਮ ਵੇਦਾਂਤ ਵਿਚਾਰ ਹੈ, ਸੋ 45ਵਾਂ ਅਧਿਆਏ ਹੈ ਇਸ 5ਵੀਂ ਰੁੱਤ ਦਾ, ਜਿਸ ਵਿੱਚ ਬੀਤੇ ਕੱਲ੍ਹ ਆਪਾਂ ਵੇਦਾਂਤ ਦੇ ਵਿੱਚ ਸਿੱਖ ਕਿਸ ਨੂੰ ਕਹਿੰਦੇ ਹਨ, ਗੁਰੂ ਕਿਸ ਨੂੰ ਕਿਹਾ ਜਾਂਦਾ ਹੈ, ਜਗਿਆਸੂ ਕਿਸ ਨੂੰ ਕਿਹਾ ਜਾਂਦਾ ਹੈ, ਉਪਦੇਸ਼ ਕਿਸ ਨੂੰ ਕਿਹਾ ਜਾਂਦਾ ਹੈ, ਮੰਤਰ ਕੀ ਹੈ, ਸਿਮਰਨ ਕੀ ਹੈ, ਔਰ 4 ਪ੍ਰਕਾਰ ਦੇ ਆਸ਼ਰਮ ਕੀ ਹਨ, ਜਨਮ ਕੀ ਹੈ, ਮਰਨ ਕੀ ਹੈ, ਵਿਖ ਕੀ ਹੈ ਅਤੇ ਅੰਮ੍ਰਿਤ ਵੇਦਾਂਤ ਅਨੁਸਾਰ ਕੀ ਹੈ। ਇਹ ਪ੍ਰਕਰਣ ਬੜੇ ਹੀ ਵਿਸਥਾਰ ਸਹਿਤ ਸਰਵਣ ਕੀਤੇ ਹਨ। ਅੱਗੇ ਜਿਵੇਂ ਹੋਰ ਸੰਗਤ ਦੇ ਸਵਾਲ ਹਨ, ਪਿਆਰੇ ਭਾਈ ਦਇਆ ਸਿੰਘ ਜੀ ਸੰਗਤ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੈ। ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰਨੇ ਆ। ਅੱਜ ਮੌਸਮ ਦੇ ਵਿੱਚ ਭਾਵੇਂ ਕੁਝ ਤਬਦੀਲੀ ਹੋਈ ਹੈ, ਜਿਸ ਕਰਕੇ ਬਹੁਤ ਸਾਰੀ ਸੰਗਤ ਚਾਹੁੰਦਿਆਂ ਹੋਇਆਂ ਵੀ ਗੁਰੂ ਘਰ ਵਿਖੇ ਹਾਜ਼ਰ ਨਹੀਂ ਹੋ ਸਕੀ। ਜਿਨ੍ਹਾਂ ਦੇ ਵੱਡੇ ਭਾਗ ਹੈ ਜਾਂ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਪ੍ਰੇਮ ਬਹੁਤਾ ਹੈ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਲੈ ਕੇ ਆਏ ਹਨ। ਗੁਰੂ ਕੀ ਬਾਣੀ ਦੇ ਪਵਿੱਤਰ ਸ਼੍ਰੀ ਮੁਖ ਵਾਕ ਹਨ, ਝੱਖੜ ਝਾਗੇ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਜਿੰਨਾ ਮਰਜੀ ਝੱਖੜ ਮੀਂਹ ਵਰਦਾ ਹੋਵੇ, ਜਿਹੜੀਆਂ ਪਿਆਰ ਵਾਲੀਆਂ ਸੰਗਤਾਂ ਉਹ ਗੁਰੂ ਦੇ ਚਰਨਾਂ ਵਿੱਚ ਸਤਸੰਗ ਵਿੱਚ ਦਰਸ਼ਨ ਕਰਨ ਦੇ ਲਈ, ਕਥਾ ਕੀਰਤਨ ਸੁਣਨ ਦੇ ਲਈ ਆਪਣੇ ਨੇਮ ਦੇ ਮੁਤਾਬਕ ਜ਼ਰੂਰ ਪਹੁੰਚ ਜਾਂਦੇ ਹਨ। ਸੋ ਉਹਨਾਂ ਦੇ ਮਨ ਦੀ ਇਹ ਭਾਵਨਾ ਹੁੰਦੀ ਹੈ, ਭਿੱਜੋ ਸਿਜੋ ਕੰਬਲੀ ਅੱਲਾ ਵਰਸੋ ਮੇਹੋ, ਜਾਏ ਮਿਲਾਂ ਤਿਨਾ ਸਜਣਾ ਟੁੱਟੋ ਨਾਹੀ ਨੇਹੋ। ਮੇਰੇ ਨੇਹ ਦੇ ਵਿੱਚ, ਮੇਰੇ ਪਿਆਰ ਦੇ ਵਿੱਚ, ਪ੍ਰੇਮ ਦੇ ਵਿੱਚ ਫਰਕ ਨਾ ਪੈ ਜਾਵੇ। ਕੱਪੜੇ ਭਿੱਜਦੇ ਭਿੱਜ ਜਾਣ, ਤਨ ਭਿੱਜਦਾ ਭਿੱਜ ਜਾਵੇ, ਪਰ ਮੇਰਾ ਨੇਮ ਨਹੀਂ ਟੁੱਟਣਾ ਚਾਹੀਦਾ। ਕਈਆਂ ਨੇ ਅੱਜ ਕਿਹਾ ਹੋਣਾ ਹੈ ਕਿ ਰੱਬ ਨੇ ਮੌਸਮ ਖਰਾਬ ਕਰ ਦਿੱਤਾ। ਨਿਮਰਤਾ ਸਹਿਤ ਬੇਨਤੀ ਹੈ ਗੁਰੂ ਪਿਆਰਿਓ ਕਿ ਰੱਬ ਕਦੇ ਵੀ ਕੋਈ ਕੰਮ ਖਰਾਬ ਨਹੀਂ ਕਰਦਾ, ਉਹਦਾ ਕੀਤਾ ਚੰਗਾ ਹੀ ਹੁੰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਉਹਨੂੰ ਚੰਗਾ ਲੱਗਦਾ ਉਹ ਕਾਰਜ ਠੀਕ ਹੀ ਹੁੰਦਾ ਹੈ।
ਕਦੇ ਮਾੜਾ ਨਹੀਂ ਹੁੰਦਾ। ਰੱਬ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਪਰਮਾਤਮਾ ਕਦੇ ਕੁਝ ਗਲਤ ਨਹੀਂ ਕਰਦਾ। ਜੋ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਉਹ ਠੀਕ ਹੋ ਰਿਹਾ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜੇ ਉਹਨੇ ਮੀਂਹ ਪਾਇਆ ਨਾ ਤੇ ਉਹਨੇ ਜੀਵ ਜੰਤੂਆਂ ਨੂੰ ਸੁਖੀ ਕਰਨ ਦੇ ਵਾਸਤੇ ਪਾਇਆ। ਹਾਂ ਠੀਕ ਹੈ, ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਵੀ ਕਿਸੇ ਵਾਸਤੇ ਮਾਂ ਵਾਦੀ ਹੁੰਦੇ ਆ ਤੇ ਕਿਸੇ ਵਾਸਤੇ ਸਵਾਦੀ ਹੁੰਦੇ ਨਾ। ਇਸ ਕਰਕੇ ਕਈਆਂ ਨੂੰ ਲੱਗਦਾ ਹੈ ਵੀ ਇਹ ਸਾਡੇ ਵਾਸਤੇ ਮਾੜਾ ਹੋ ਗਿਆ, ਕਈਆਂ ਨੂੰ ਲੱਗਦਾ ਵੀ ਚੰਗਾ ਹੋ ਗਿਆ। ਪਰ ਪਰਮੇਸ਼ਰ ਦਾ ਕੀਤਾ ਹੋਇਆ ਸਭ ਕੁਝ ਚੰਗਾ ਹੀ ਹੁੰਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਚੰਗਾ ਹੀ ਹੁੰਦਾ ਜੋ ਪਰਮੇਸ਼ਰ ਨੂੰ ਪਾਉਂਦਾ ਹੈ। ਇਸ ਕਰਕੇ ਕਦੇ ਵੀ ਇਹ ਲਫ਼ਜ਼ ਨਹੀਂ ਵਰਤਣੇ ਕਿ ਮੌਸਮ ਖਰਾਬ ਹੋ ਗਿਆ ਜਾਂ ਰੱਬ ਨੇ ਮੌਸਮ ਖਰਾਬ ਕਰ ਦਿੱਤਾ, ਕਿਉਂਕਿ ਰੱਬ ਕੁਝ ਵੀ ਖਰਾਬ ਨਹੀਂ ਕਰਦਾ। ਹਾਂ, ਮੌਸਮ ਦੇ ਵਿੱਚ ਬਦਲਾਅ ਕਰ ਦਿੱਤਾ ਕਹਿ ਸਕਦੇ ਹਾਂ। ਅੱਜ ਮੌਸਮ ਬਦਲਿਆ, ਪਹਿਲਾਂ ਗਰਮੀ ਸੀ ਅੱਜ ਠੰਡ ਹੋ ਗਈ ਹੈ। ਪਹਿਲਾਂ ਸਾਫ਼ ਦਿਨ ਸੀ ਅੱਜ ਬੱਦਲਵਾਈ ਹੋ ਗਈ ਹੈ। ਪਹਿਲਾਂ ਧੁੱਪ ਚੜ੍ਹੀ ਹੁੰਦੀ ਸੀ, ਸਾਫ਼ ਮੌਸਮ ਸੀ ਤੇ ਪਸੀਨਾ ਆਉਂਦਾ ਸੀ, ਗਰਮੀ ਸੀ, ਤੇ ਅੱਜ ਮੀਂਹ ਪੈ ਗਿਆ, ਬਾਰਿਸ਼ ਹੋ ਗਈ ਹੈ, ਕਣੀਆਂ ਪੈ ਗਈਆਂ, ਠੰਡ ਹੋ ਗਈ ਹੈ। ਇਸ ਕਰਕੇ ਮੌਸਮ ਵਿੱਚ ਬਦਲਾਅ ਹੋਇਆ, ਖਰਾਬ ਕੁਝ ਨਹੀਂ ਹੋਇਆ। ਹਮੇਸ਼ਾ ਗੁਰੂ ਕੇ ਸਿੱਖਾਂ ਨੇ ਇਹ ਗੱਲ ਪੱਲੇ ਬੰਨ੍ਹਣੀ ਹੈ। ਕਦੇ ਨਹੀਂ ਕਹਿਣਾ ਕਿ ਰੱਬ ਨੇ ਖਰਾਬ ਕਰ ਦਿੱਤਾ। ਰੱਬ ਜੋ ਕਰਦਾ ਉਹ ਚੰਗਾ ਕਰਦਾ ਹੈ। ਉਹਦੇ ਭਾਣੇ ਨੂੰ ਸੱਤ ਕਰਕੇ ਮੰਨਣਾ ਹੀ ਤਾਂ ਸਿੱਖੀ ਹੈ। ਨਹੀਂ ਤਾਂ ਐਡੇ ਐਡੇ ਵੱਡੇ ਦੁੱਖ, ਐਡੀਆਂ ਐਡੀਆਂ ਪ੍ਰੀਖਿਆਵਾਂ, ਐਡੀਆਂ ਮੁਸ਼ਕਲਾਂ ਦਾ ਸਾਹਮਣਾ ਗੁਰੂ ਕੇ ਸਿੱਖਾਂ ਨੂੰ ਕਰਨਾ ਪਿਆ ਕਿ ਕਦੇ ਕਿਸੇ ਨੇ ਕਿਹਾ ਵੀ ਖਰਾਬ ਹੋ ਗਿਆ, ਪਰਮੇਸ਼ਰ ਨੇ ਕੰਮ ਖਰਾਬ ਕਰ ਦਿੱਤਾ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਤੱਤੀ ਤਵੀ ਤੇ ਬੈਠ ਕੇ ਵੀ ਕਹਿ ਰਹੇ ਹੈ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਵਾਹਿਗੁਰੂ ਤੇਰਾ ਕੀਤਾ ਹੋਇਆ ਮੈਨੂੰ ਮਿੱਠਾ ਲੱਗਦਾ ਹੈ, ਮੈਨੂੰ ਇਹ ਭੈੜਾ ਨਹੀਂ ਲੱਗਦਾ, ਮੈਨੂੰ ਖਰਾਬ ਨਹੀਂ ਲੱਗਦਾ, ਮੈਨੂੰ ਦੁੱਖ ਨਹੀਂ ਲੱਗ ਰਿਹਾ। ਸੋ ਇਸ ਕਰਕੇ ਹਮੇਸ਼ਾ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ। ਇਹ ਜੋ ਮੌਸਮ ਦਾ ਥੋੜ੍ਹਾ ਜਿਹਾ ਬਦਲਾਅ ਹੋਇਆ, ਸੋ ਆਓ ਆਪਾਂ ਅੱਗੇ ਕਥਾ ਦੀ ਲੜੀ ਜੋੜੀਏ। ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੈ, ਗੁਣ ਕੀ ਹੈ ਅਤੇ ਦੋਖ ਕੀ ਹੈ, ਇਸ ਸਵਾਲ ਦਾ ਉੱਤਰ ਦਿੰਦਿਆਂ ਹੋਇਆ ਭਾਈ ਦਇਆ ਸਿੰਘ ਕਹਿ ਰਹੇ ਹਨ। ਆਮ ਤਾਂ ਜੇ ਕੋਈ ਬੰਦਾ ਕਿਸੇ ਵਿੱਚ ਕੋਈ ਆਰਟ ਹੈ, ਕੋਈ ਕਲਾ ਹੈ, ਕੋਈ ਟੈਲੈਂਟ ਹੈ, ਆਪਾਂ ਉਹਨੂੰ ਕਹਿੰਦੇ ਹਾਂ ਇਹ ਬੰਦਾ ਗੁਣੀ ਹੈ, ਇਹਦੇ ਵਿੱਚ ਗੁਣ ਹੈ। ਪਰ ਵਿਦਾਂਤ ਮਤ ਵਾਲੇ ਸ਼ਾਸਤਰੀ ਗੁਣ ਕਿਸ ਨੂੰ ਕਹਿੰਦੇ ਹੈ? ਕਹਿੰਦੇ ਬਿਨ ਵਿਵਹਾਰ ਆਤਮਾ ਦੇਖ। ਆਤਮਾ ਨੂੰ ਬਿਨਾਂ ਵਿਵਹਾਰ ਤੋਂ ਦੇਖਣਾ ਕਿ ਆਤਮਾ ਕੋਈ ਵਿਵਹਾਰ ਨਹੀਂ ਕਰਦੀ। ਰਜੋ ਗੁਣ ਸਹਿਤ, ਤਮੋ ਗੁਣ ਸਹਿਤ, ਸਤੋ ਗੁਣ ਸਹਿਤ ਆਤਮਾ ਵਿਵਹਾਰੀ ਨਹੀਂ ਹੈ। ਵਿਵਹਾਰ ਤੋਂ ਬਿਨਾਂ ਆਤਮਾ ਨੂੰ ਦੇਖਣਾ। ਹਾਂ, ਜਿਹੜੇ ਸਮੱਤਵਾਨ ਹੈ, ਬੁੱਧੀਵਾਨ ਲੋਕ ਹੈ, ਇਹਨੂੰ ਬਹੁਤ ਵੱਡਾ ਗੁਣ ਦੇਖਦੇ ਹਨ। ਇਸੇ ਨੂੰ ਗੁਣ ਕਿਹਾ ਜਾਂਦਾ ਹੈ ਕਿ ਆਤਮਾ ਵਿਵਹਾਰੀ ਨਹੀਂ ਹੈ। ਜਦੋਂ ਇਹ ਦੇਖਿਆ ਜਾਵੇ, ਇਹ ਅਨੁਭਵ ਹੋ ਜਾਵੇ, ਤੇ ਜਦੋਂ ਕੋਈ ਮਨੁੱਖ, ਜਦੋਂ ਕੋਈ ਜੀਵ ਇਹ ਆਤਮਾ ਨੂੰ ਤ੍ਰੈ ਗੁਣਾਂ ਦੇ ਸਮੇਤ ਵੀ ਇਹ ਤ੍ਰੈ ਗੁਣਾਂ ਵਿੱਚ ਵਰਤ ਰਹੀ ਹੈ, ਉਹਨੂੰ ਬ੍ਰਹਮ ਦਾ ਸਰੂਪ ਨਾ ਜਾਣੇ, ਇਹ ਜਾਣੇ ਵੀ ਜਿਵੇਂ ਅਸੀਂ ਸਤੋ ਗੁਣ ਵਿੱਚ ਹੁੰਦੇ ਹਾਂ ਵਡਿਆਈ ਮਾਣ ਦੇ ਭੁੱਖੇ, ਜਾਂ ਸਾਨੂੰ ਲੋਭ ਲਾਲਚ ਹੁੰਦਾ ਰਜੋ ਗੁਣ ਵਿੱਚ ਹੁੰਦੇ ਹਾਂ, ਤੇ ਇਸੇ ਪ੍ਰਕਾਰ ਜਦੋਂ ਅਸੀਂ ਕ੍ਰੋਧ ਈਰਖਾ ਆਦਿਕ ਵਿੱਚ ਹੁੰਦੇ ਹਾਂ, ਤਮੋ ਗੁਣ ਵਿੱਚ ਹੁੰਦੇ ਹਾਂ, ਵੀ ਆਤਮਾ ਵੀ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੀ ਹੈ, ਇਹਨਾਂ ਗੁਣਾਂ ਦੇ ਸਹਿਤ ਹੈ। ਜਦੋਂ ਕਹਿੰਦੇ ਇਸ ਪ੍ਰਕਾਰ ਤਿੰਨਾਂ ਗੁਣਾਂ ਦੇ ਸਮੇਤ ਆਤਮਾ ਨੂੰ ਦੇਖਿਆ ਜਾਵੇ, ਤੇ ਜਿਹੜੇ ਗਿਆਨੀ ਹੈ, ਬ੍ਰਹਮ ਗਿਆਨ ਵਾਲੇ ਲੋਕ ਹੈ, ਆਤਮਿਕ ਗਿਆਨ ਵਾਲੇ ਲੋਕ ਹੈ, ਇਹਨੂੰ ਬਹੁਤ ਵੱਡਾ ਦੋਖ, ਬਹੁਤ ਵੱਡਾ ਦੋਸ਼, ਬਹੁਤ ਵੱਡਾ ਔਗਣ ਗਿਣਦੇ ਹਨ। ਫਿਰ ਦੱਸਦੇ ਹੈ ਵੀ ਜਸ ਕੀ ਹੈ ਤੇ ਅਪਜਸ ਕੀ ਹੈ, ਮਾਣ ਵਡਿਆਈ ਕੀ ਹੈ, ਤੇ ਜਿਹੜੀ ਸਾਡੀ ਕੋਈ ਨਿੰਦਿਆ ਹੋ ਜਾਣੀ, ਸਾਡਾ ਭੰਡੀ ਪ੍ਰਚਾਰ ਹੋ ਜਾਣਾ, ਅਪਜਸ ਹੋ ਜਾਣਾ, ਉਹ ਕੀ ਹੈ? ਸ਼ਾਸਤਰੀ ਉਹ ਕਿਸ ਨੂੰ ਕਹਿੰਦੇ ਹੈ? ਕਹਿੰਦੇ ਗਿਆਨ ਭਏ ਤੇ ਜੀਵਨ ਮੁਕਤ। ਜਦੋਂ
ਆਤਮਿਕ ਗਿਆਨ ਦੀ ਸੋਝੀ ਪ੍ਰਾਪਤ ਹੋ ਗਈ ਤਾਂ ਉਸ ਵੇਲੇ ਮਨੁੱਖ ਆਤਮਿਕ ਗਿਆਨ ਨੂੰ ਪਾ ਕੇ ਜੀਵਨ ਮੁਕਤ ਹੋ ਜਾਂਦਾ ਹੈ। ਸੋ ਕਹਿੰਦੇ ਇਹ ਜਿਹੜੀ ਜੁਗਤੀ ਹੈ, ਇਸ ਤਰੀਕੇ ਦੇ ਨਾਲ ਕਹਿੰਦੇ ਆਤਮਿਕ ਗਿਆਨ ਹੋ ਜਾਣਾ, ਜੀਵਨ ਮੁਕਤ ਹੋ ਜਾਣਾ, ਇਹਨੂੰ ਕਹਿੰਦੇ ਸੁਜਾਸ ਵਿਸਾਲ। ਬਹੁਤ ਵੱਡਾ ਜਸ ਕਿਹਾ ਜਾਂਦਾ ਹੈ, ਬਹੁਤ ਵੱਡੀ ਵਡਿਆਈ ਹੈ। ਹਾਂ, ਜਿਸ ਨੂੰ ਆਤਮਾ ਦਾ ਗਿਆਨ ਨਹੀਂ ਤੇ ਆਤਮਾ ਦੇ ਗਿਆਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਕੀਤੀ, ਜੀਵਨ ਮੁਕਤ ਨਹੀਂ ਹੋਇਆ, ਉਹ ਕਹਿੰਦੇ ਅਪਜਸ ਹੋਣਾ, ਉਹ ਨਿੰਦਿਆ ਹੋਣਾ, ਉਹ ਭੰਡੀ ਪ੍ਰਚਾਰ ਹੋਣਾ ਹੈ, ਉਹਨੂੰ ਕਹਿੰਦੇ ਅਪਜਸ ਕਿਹਾ ਜਾਂਦਾ ਹੈ। ਹੁਣ ਪੰਡਤ ਕਿਹਨੂੰ ਕਹਿੰਦੇ ਆ? ਪੰਡਤ ਨਾਮ ਵਿਦਵਾਨ ਦਾ ਤੇ ਸੰਤ ਕਿਹਨੂੰ ਕਹਿੰਦੇ ਆ? ਗੁਰਮਤਿ ਦੇ ਵਿੱਚ ਤਾਂ ਇਹ ਹੈ ਨਾ ਵੀ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਜਾਂ ਜੋੜਨਹਾਰਾ ਸੰਤ ਨਾਨਕ ਪਾਦਰ, ਪੱਧਰੋਂ ਜਿਹੜਾ ਵਾਹਿਗੁਰੂ ਦੇ ਨਾਲ ਜੋੜਦਾ ਹੈ ਉਹ ਸੰਤ ਹੈ। ਸੋ ਇਹ ਵੇਦਾਂਤੀਆਂ ਦੀ ਭਾਸ਼ਾ ਵਿੱਚ, ਸ਼ਾਸਤਰੀਆਂ ਦੀ ਭਾਸ਼ਾ ਵਿੱਚ ਸੰਤ ਕੌਣ ਹੈ ਤੇ ਪੰਡਤ ਕੌਣ ਹੈ? ਗੁਰਬਾਣੀ ਕਹਿੰਦੀ ਹੈ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ। ਜਿਹੜਾ ਤ੍ਰੈ ਗੁਣ ਤੋਂ ਪਾਸੇ ਹੋ ਜੇ, ਤ੍ਰੈ ਗੁਣ ਅਤੀਤ ਹੋ ਜਾਵੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹ ਪੰਡ ਨੂੰ ਸਿਰ ਤੋਂ ਲਾਹ ਦੇਵੇ, ਉਹ ਪੰਡਤ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਜਿਹਨੇ ਮਨ ਨੂੰ ਪ੍ਰਬੋਧ ਲਿਆ, ਮਨ ਨੂੰ ਵਿਸ਼ੇਸ਼ ਕਰਕੇ ਗਿਆਨ ਦੇ ਲਿਆ, ਸੋ ਆਤਮਾ ਨੂੰ ਰਾਮ ਸਰੂਪ, ਬ੍ਰਹਮ ਸਰੂਪ ਜਾਣ ਲਿਆ, ਉਹ ਪੰਡਤ ਹੈ। ਪਰ ਇਹ ਵੇਦਾਂਤੀ ਸ਼ਾਸਤਰੀ ਕਿਸ ਨੂੰ ਕਹਿੰਦੇ ਆ? ਵੇਦਾਂਤੀਆਂ ਸ਼ਾਸਤਰੀਆਂ ਦੇ ਮੁਤਾਬਕ ਪੰਡਤ ਅਤੇ ਸੰਤ ਕੌਣ ਹੈ? ਹਾਂ, ਕਹਿੰਦੇ ਬ੍ਰਹਮਾਦ, ਬ੍ਰਹਮਾ ਤੋਂ ਲੈ ਕੇ ਸ਼ੇਖ ਪਰਯੰਤ, ਸ਼ੇਸ਼ਨਾਗ ਤੱਕ, ਬ੍ਰਹਮਾ ਤੋਂ ਲੈ ਕੇ ਸ਼ੇਸ਼ਨਾਗ ਤੱਕ ਜਿਤਨੇ ਵੀ ਜੀਵ ਹੈ, ਜਾਂ ਬ੍ਰਹਮ ਲੋਕ ਤੋਂ ਲੈ ਕੇ ਤੇ ਸ਼ੇਖਨਾਗ ਦਾ ਜਿਹੜਾ ਲੋਕ ਹੈ ਪਾਤਾਲ ਲੋਕ, ਉੱਪਰ ਦੇਵ ਲੋਕ ਤੋਂ ਲੈ ਕੇ ਹੇਠਲੇ ਪਾਤਾਲ ਲੋਕ ਤੱਕ ਸਾਰੇ ਜਿੰਨੇ ਜੀਵ ਹੈ ਉਹਨਾਂ ਦੇ ਵਿੱਚ ਕਹਿੰਦੇ ਬ੍ਰਹਮ ਭਾਵ ਬੁੱਧੀ ਦੁਆਰਾ ਜਾਣਨਾ, ਬੁੱਧੀ ਦੁਆਰਾ ਇਹ ਜਾਣਨਾ ਕਿ ਸਾਰਿਆਂ ਦੇ ਵਿੱਚ ਇੱਕ ਬ੍ਰਹਮ ਸਰੂਪ ਹੈ। ਸਾਰਿਆਂ ਵਿੱਚ ਇੱਕੋ ਰੱਬ ਦੀ ਜੋਤ ਨੂੰ ਦੇਖੇ, ਏਕਤਾ ਨੂੰ ਵੇਖੇ, ਆਤਮ ਪਰਮਾਤਮਾ ਦੀ ਏਕਤਾ, ਜੀਵੇਸ਼ ਦੀ ਏਕਤਾ ਨੂੰ ਦੇਖੇ ਔਰ ਨਿਸ਼ਚਾ ਕਰ ਲਵੇ, ਪੱਕਾ ਵਿਸ਼ਵਾਸ ਹੋਵੇ ਜਿਸ ਨੂੰ, ਉਸੇ ਦਾ ਨਾਮ ਹੀ ਪੰਡਿਤ ਹੈ, ਵਿਦਵਾਨ ਹੈ ਤੇ ਉਸੇ ਨੂੰ ਹੀ ਸੰਤ ਕਿਹਾ ਜਾਂਦਾ ਹੈ। ਫਿਰ ਅੱਗੇ ਦੱਸਦੇ ਆ ਵੀ ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ, ਤੰਦਰੁਸਤ ਕੌਣ ਹੈ ਤੇ ਬਿਮਾਰ ਕੌਣ ਹੈ। ਆਪਾਂ ਤਾਂ ਬਿਮਾਰ ਜਾਂ ਰੋਗੀ ਉਹਨੂੰ ਗਿਣਦੇ ਆ ਨਾ ਵੀ ਜਿਹਦੇ ਸਰੀਰ ਨੂੰ ਕੋਈ ਅਸਾਧ ਰੋਗ ਲੱਗ ਗਏ, ਹੁਣ ਜਿਹਨਾਂ ਦਾ ਇਲਾਜ ਕੋਈ ਬਿਮਾਰੀ ਹੋਵੇ ਜਿਹਦਾ ਇਲਾਜ ਕੋਈ ਨਾ ਹੋਵੇ, ਆਪਾਂ ਕਹਿੰਦੇ ਆ ਵੀ ਇਹ ਤਾਂ ਬੰਦਾ ਰੋਗੀ ਹੈ। ਜਾਂ ਇੱਕ ਤੋਂ ਵਧੇਰੇ ਬਿਮਾਰੀਆਂ ਲੱਗ ਜਾਣ, ਉਹਨੂੰ ਆਪਾਂ ਕਹਿੰਦੇ ਵੀ ਇਹਨੂੰ 36 ਰੋਗ ਹੈ ਤਾਂ ਰੋਗੀ ਆ, ਪੱਕਾ ਹੀ ਰੋਗੀ ਹੈ ਬੰਦਾ। ਪਰ ਇਹ ਵੇਦਾਂਤੀ ਜਾਂ ਸ਼ਾਸਤਰੀ ਰੋਗੀ ਅਤੇ ਅਰੋਗੀ, ਤੰਦਰੁਸਤ ਅਤੇ ਬਿਮਾਰ ਕਿਸ ਨੂੰ ਕਹਿੰਦੇ ਹਨ? ਸੁਣੋ ਜੀ। ਕਹਿੰਦੇ ਜਿਹਦੇ ਵਿੱਚ ਹੰਗਤਾ ਹੈ ਤੇ ਮਮਤਾ ਹੈ। ਸੋ ਇਹ ਹੰਗਤਾ ਅਤੇ ਮਮਤਾ ਦੇ ਸਹਿਤ ਜਿਹੜਾ ਅਭਿਮਾਨੀ ਹੈ, ਇਹਨਾਂ ਦਾ ਅਭਿਮਾਨ ਕਰੀ ਬੈਠਾ ਹੈ। ਹੰਗਤਾ ਤੇ ਮਮਤਾ ਦੋ ਸ਼ਬਦ ਹੈ, ਆਪਾਂ ਆਮ ਇਕੱਠੇ ਵਰਤਦੇ ਹਾਂ ਵੀ ਹੰਗਤਾ ਮਮਤਾ। ਹੰਗਤਾ ਕਹਿੰਦੇ ਆ ਮੈਂ, ਮੇਰਾ, ਸੋ ਮੈਂ ਕੁਝ ਹਾਂ, ਉਹਦਾ ਨਾਮ ਹੈ ਹੰਗਤਾ। ਤੇ ਮਮਤਾ ਹੈ ਕਿਸੇ ਚੀਜ਼ ਵਿੱਚ ਆਪਣਾਪਣ ਜਣਾਉਣਾ, ਮੇਰਾ ਕਹਿਣਾ ਹਰੇਕ ਚੀਜ਼ ਨੂੰ ਵੀ ਆਹ ਮੇਰਾ, ਉਹ ਮੇਰਾ, ਘਰ ਮੇਰਾ, ਪੁੱਤਰ ਮੇਰਾ, ਜ਼ਮੀਨ ਮੇਰੀ। ਜਿਹੜਾ ਮੇਰਾ ਮੇਰਾ ਕਰਨਾ ਹੈ ਉਹਦਾ ਨਾਮ ਮਮਤਾ ਹੈ, ਔਰ ਜੋ ਆਪਣੇ ਆਪ ਨੂੰ ਜਾਣਨਾ ਵੀ ਮੈਂ ਕੁਝ ਹਾਂ, ਉਸ ਦਾ ਨਾਮ ਹੰਗਤਾ ਹੈ। ਹੰਗਤਾ ਅਤੇ ਮਮਤਾ ਦੇ ਅਭਿਮਾਨ ਸਹਿਤ ਜੋ ਹੈ, ਕਹਿੰਦੇ ਉਹ
ਜੀਵ ਸੰਸਾਰ ਦੇ ਵਿੱਚ ਕਹਿੰਦੇ ਰੋਗੀ ਹੈ, ਸੰਸਾਰੀ ਜੀਵ ਹੋ। ਤੇ ਜਿਹੜਾ ਮਨੁੱਖ ਹੰਗਤਾ ਅਤੇ ਮਮਤਾ ਤੋਂ ਰਹਿਤ ਹੈ ਤੇ ਜਿਸ ਨੂੰ ਆਪਣੇ ਸਰੂਪ ਦਾ ਗਿਆਨ ਹੈ, ਆਪਣੇ ਆਪੇ ਦਾ ਗਿਆਨ ਹੈ ਕਿ ਮੈਂ ਬ੍ਰਹਮ ਦਾ ਹੀ ਅੰਸ਼ ਹਾਂ, ਉਸ ਨੂੰ ਕਹਿੰਦੇ ਅਰੋਗੀ ਚੀਨ। ਉਸ ਨੂੰ ਰੋਗ ਤੋਂ ਰਹਿਤ ਗਿਣ ਲਓ, ਉਸ ਨੂੰ ਤੰਦਰੁਸਤ ਜਾਣ ਲਵੋ। ਫਿਰ ਅੱਗੇ ਹੋਰ ਦੱਸਦੇ ਆ, ਕਹਿੰਦੇ ਜਿਹਦੀ ਬੁੱਧੀ ਅਨਾਤਮ ਦੇ ਵਿੱਚ ਹੈ, ਆਤਮ ਦੇ ਵਿੱਚ ਨਹੀਂ, ਅਨਾਤਮ ਵਿੱਚ ਹੈ, ਸਰੀਰ ਵਿੱਚ ਹੈ, ਮਾਇਆ ਵਿੱਚ ਹੈ, ਉਸ ਨੂੰ ਵੀ ਰੋਗੀ ਕਿਹਾ ਜਾਂਦਾ ਹੈ। ਜਿਸ ਦੀ ਬੁੱਧੀ ਬ੍ਰਹਮ ਦੇ ਵਿੱਚ ਹੈ ਉਸ ਨੂੰ ਅਰੋਗੀ ਕਿਹਾ, ਜਿਸ ਦੀ ਬੁੱਧੀ ਬ੍ਰਹਮ ਦੇ ਵਿੱਚ ਹੈ ਉਸ ਨੂੰ ਅਰੋਗੀ ਕਿਹਾ ਜਾਂਦਾ, ਤੰਦਰੁਸਤ ਰਿਸ਼ਟ ਪੁਸ਼ਟ ਕਿਹਾ ਜਾਂਦਾ ਹੈ। ਅੱਗੇ ਧਨੀ ਅਤੇ ਨਿਰਧਨੀ ਦੱਸਦੇ ਆ ਵੀ ਮਾਇਆਧਾਰੀ ਕੌਣ ਹੈ ਤੇ ਕੰਗਾਲ ਕੌਣ ਹੈ। ਇਹਨਾਂ ਦੋਵਾਂ ਦਾ ਫਰਕ ਦੱਸਦੇ ਆ। ਨਿਰਧਨ ਕੌਣ? ਆਪਾਂ ਤਾਂ ਕਹਿੰਦੇ ਆ ਵੀ ਜਿਹਦੇ ਕੋਲ 4 ਪੈਸੇ ਆ, ਬੈਂਕ ਅਕਾਊਂਟ ਚੰਗਾ ਮੇਨਟੇਨ ਕੀਤਾ ਹੋਇਆ ਤੇ ਉਹ ਧਨੀ ਹੈ, ਉਹ ਮਾਇਆਧਾਰੀ ਹੈ, ਉਹ ਮਾਇਆਪਤੀ ਹੈ। ਪਰ ਵਿਦਾਂਤੀ ਕਿਸ ਨੂੰ ਕਹਿੰਦੇ ਆ? ਸੁਣੋ ਜੀ, ਕਹਿੰਦੇ ਜਿਸ ਨੇ ਆਤਮਾ ਦੀ ਲਖਤਾ ਰੂਪੀ ਧਨ ਪ੍ਰਾਪਤ ਕਰ ਲਿਆ ਹੈ, ਆਤਮ ਦੇ ਵਿੱਚ ਬ੍ਰਹਮ ਦਾ ਜਿਸ ਨੇ ਦੀਦਾਰ ਕਰ ਲਿਆ, ਸਾਖਿਆਤ ਕਰ ਲਿਆ ਹੈ, ਉਸ ਦਾ ਨਾਮ ਧਨੀ ਹੈ, ਉਸ ਦਾ ਨਾਮ ਮਾਇਆਧਾਰੀ ਹੈ। ਤੇ ਆਤਮਾ ਦੇ ਗਿਆਨ ਤੋਂ ਜਿਹੜਾ ਹੀਣਾ ਉਹ ਨਿਰਧਨ ਹੈ, ਉਹ ਕੰਗਾਲ ਹੈ। ਅੱਗੇ ਨਿਸ਼ਕਾਮਤਾ ਦੱਸਦੇ ਆ ਵੀ ਨਿਸ਼ਕਾਮਤਾ ਕਿਹਨੂੰ ਕਿਹਾ ਜਾਂਦਾ? ਆਪਾਂ ਕਹਿੰਦੇ ਵੀ ਨਿਸ਼ਕਾਮ ਕਰਮ ਕਰਦੇ ਆ। ਨਿਸ਼ਕਾਮਤਾ ਵਿਦਾਂਤੀ ਕਿਸ ਨੂੰ ਕਹਿੰਦੇ ਹਨ? ਜਿਹੜਾ ਜਗਿਆਸੂ, ਜਿਹੜਾ ਮੁਕਤੀ ਦਾ ਚਾਹਕ ਹੈ ਮਨੁੱਖ, ਜਿਹਦੇ ਮਨ ਵਿੱਚ ਜਗਿਆਸਾ ਹੈ ਗਿਆਨ ਨੂੰ ਜਾਣਨ ਦੀ ਔਰ ਕਲਿਆਣ ਦੀ ਇੱਛਾ ਹੈ, ਜਿਸ ਦੇ ਮਨ ਵਿੱਚ ਤੇ ਹਿੱਤ ਦੇ ਕੇ ਪ੍ਰੇਮ ਧਾਰਨ ਕਰਕੇ ਜਿਹੜਾ ਉੱਤਮ ਕਰਮ ਕਰਦਾ, ਸ਼ੁਭ ਕਰਮ ਕਰਦਾ ਹੈ ਤੇ ਕਰਮ ਕਰਦਿਆਂ ਹੋਇਆਂ ਕਿਸੇ ਵੀ ਫਲ ਦੀ ਅਭਿਲਾਖਾ ਨਾ ਕਰੇ, ਇੱਛਾ ਆਕਾਂਖਸ਼ਾ ਨਾ ਕਰੇ। ਨਿਸ਼ਕਾਮ ਬ੍ਰਿਤੀ ਕਰਕੇ ਦ੍ਰਿੜਤਾ ਦੇ ਸਹਿਤ ਇਹ ਸ਼ੁਭ ਕਰਮਾਂ ਨੂੰ ਜਿਹੜਾ ਕਰਦਾ ਹੈ। ਸੋ ਕਹਿੰਦੇ ਉਹਨੂੰ ਨਿਸ਼ਕਾਮ ਕਿਹਾ ਜਾਂਦਾ ਹੈ, ਜਿਹਦੇ ਮਨ ਵਿੱਚ ਕੋਈ ਇੱਛਾ ਨਹੀਂ ਹੈ, ਸਭ ਇੱਛਾਵਾਂ ਤੋਂ ਪਾਰ ਹੈ ਔਰ ਕਰਮ ਕਰਦਾ ਹੈ ਬਿਨਾਂ ਫਲ ਦੀ ਇੱਛਾ ਰੱਖੇ, ਉਹ ਨਿਸ਼ਕਾਮੀ ਹੈ। ਅੱਗੇ 5 ਕਰਮ ਦੱਸਦੇ ਹਨ। ਕਰਮਾਂ ਦੀ ਬਾਬਤ ਆਪਾਂ ਪੂਰਾ ਇੱਕ ਅਧਿਆਏ ਵੀ ਪਿੱਛੇ ਪੜ੍ਹਿਆ ਹੈ ਕਰਮ ਫਿਲਾਸਫੀ ਦਾ। ਸੋ ਇੱਥੇ ਵੀ ਅੱਗੇ ਹੋਰ ਸਪਸ਼ਟ ਕਰਦੇ ਹਨ। ਹਾਂ, ਕਹਿੰਦੇ ਜਿਹੜੇ 5 ਕਰਮ ਹੈ, 5 ਪ੍ਰਕਾਰ ਦੇ ਜਿਹੜੇ ਕਰਮ ਹੈ, ਉਹਨਾਂ ਵਿੱਚੋਂ ਪਹਿਲਾ ਜਿਹੜਾ ਹੈ ਉਹ ਕਹਿੰਦੇ ਨਿਤ ਕਰਮ ਹਿਤ ਧਾਰ ਕੇ ਜਾਣ ਲਵੋ। ਹਾਂ, ਜਿਹੜਾ ਪ੍ਰੇਮ ਧਾਰਨ ਕਰਕੇ ਨਿੱਤਾ ਪ੍ਰਤੀ ਦੇ ਕਰਮ ਕਰਨੇ ਹੈ, ਜਿਵੇਂ ਕਹਿੰਦੇ ਮੱਜਨ ਇਸ਼ਨਾਨ ਕਰਨਾ ਨਿੱਤਾ ਪ੍ਰਤੀ, ਔਰ ਗੁਰਬਾਣੀ ਕੋ ਪਠਨ, ਗੁਰੂ ਦੀ ਬਾਣੀ, ਗੁਰੂ ਦੇ ਵਚਨਾਂ ਨੂੰ ਪੜ੍ਹਨਾ ਸੁਣਨਾ ਹੈ। ਸੋ ਤਿੰਨੇ ਪ੍ਰਕਾਰ ਦੀਆਂ ਜਿਹੜੀਆਂ ਸੰਧਿਆ, ਉਹਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਰਟਨ ਕਰਨਾ, ਸਿਮਰਨਾ, ਉਹਨੂੰ ਕਹਿੰਦੇ ਨਿਤ ਕਰਮ ਕਹਿੰਦੇ ਆ। ਤੇ ਫਿਰ ਜਿਹੜਾ ਸਰਾਧ ਆਦਿਕ ਜਿਹੜੇ ਕਰਮ ਕਰਨੇ ਹੈ, ਆਪਣੇ ਵਡੇਰਿਆਂ ਦੇ ਨਿਮਿਤ, ਜੋ ਕੋਈ ਪੂਜਾ ਪਾਠ ਕਰਨਾ, ਅਖੰਡ ਪਾਠ ਕਰਾਉਣਾ, ਸਹਿਜ ਪਾਠ ਕਰਾਉਣਾ, ਗੁਰੂ ਕਾ ਲੰਗਰ ਲਾਉਣਾ, ਸੋ ਜਦੋਂ ਕਿਸੇ ਦਾ ਨਿਮਿਤ ਕਰਵਾਇਆ ਜਾਵੇ ਉਹਨੂੰ ਨਿਮਿਤਕ ਕਰਮ ਕਿਹਾ ਜਾਂਦਾ ਹੈ। ਸਪਸ਼ਟ ਕਰਦੇ ਆ ਵੀ ਜਿਹੜੇ ਕਿਸੇ ਦੇ ਨਿਮਿਤ ਕੀਤੇ ਜਾਣ, ਕਿਸੇ ਦੇ ਨਿਮਿਤ ਜਿਹੜੇ ਕਰਨੇ ਬਣਦੇ ਆ, ਉਹਨਾਂ ਨੂੰ ਨਿਮਿਤ ਕਰਮ ਕਿਹਾ ਜਾਂਦਾ ਹੈ। ਤੇ ਫਿਰ ਅੱਗੇ ਹੈਗੇ ਆ ਪ੍ਰਾਸ਼ਚਿਤ ਕਰਮ। ਪ੍ਰਾਸ਼ਚਿਤਾਦ ਤ੍ਰਿਤੀਯੋਤਰ ਹੈ। ਜਿਹੜੇ ਕੋਈ ਪਾਪ ਕਰਮ ਹੋ ਜਾਵੇ, ਵੱਡਾ ਗੁਨਾਹ ਹੋ ਜਾਵੇ, ਬੱਜਰ ਪਾਪ ਹੋ ਜਾਵੇ, ਤੇ ਉਹਨੂੰ ਬਖਸ਼ਾਉਣ ਦੇ ਲਈ ਜਿਹੜੇ ਕੀਤੇ ਜਾਣ,
ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ। ਉਦਾਹਰਨ ਦਿੰਦੇ ਆ ਵੀ ਜਿਵੇਂ ਚੰਦਰਾਇਣੀ ਵਰਤ ਆਦਿਕ ਰੱਖਦੇ ਆ। ਚੰਦਰਾਇਣੀ ਵਰਤ ਦੀ ਬਾਬਤ ਪਹਿਲਾਂ ਵੀ ਇੱਕ ਦਿਨ ਆਪਾਂ ਵਿਚਾਰ ਕੀਤੀ ਸੀ। ਚੰਦਰਾਇਣੀ ਵਰਤ ਉਹ ਹੈ ਵੀ ਮਹੀਨਾ ਮਹੀਨਾ ਭਰ ਭੁੱਖੇ ਪਿਆਸੇ ਰਹਿਣਾ, ਸੋ ਉਹਨੂੰ ਚੰਦਰਾਇਣੀ ਵਰਤ ਕਿਹਾ ਜਾਂਦਾ ਹੈ। ਵੀ ਚੰਦਰਮਾ ਦੀ ਏਕਮ ਤੋਂ ਸ਼ੁਰੂ ਕਰ ਲਵੇ ਜਾਂ ਹਨੇਰੇ ਪੱਖ ਤੋਂ ਸ਼ੁਰੂ ਕਰਕੇ ਚਾਨਣੇ ਪੱਖ ਤੱਕ, ਚਾਨਣੇ ਪੱਖ ਤੋਂ ਸ਼ੁਰੂ ਕਰਕੇ ਹਨੇਰੇ ਪੱਖ ਤੱਕ ਪਹਿਲੇ ਦਿਨ ਜਿਹੜਾ ਭੋਜਨ ਛਕਣਾ ਉਹ ਮੋਰ ਆਂਡੇ ਜਿੰਨਾ ਭੋਜਨ ਹੋਵੇ 15 ਬੁਰਕੀਆਂ ਉਹਦੀਆਂ ਛਕੇ। ਉਸ ਤੋਂ ਅਗਲੇ ਦਿਨ 14 ਕਰ ਲਏ, ਇੱਕ ਘਟਾ ਦੇ। ਉਸ ਤੋਂ ਅਗਲੀ ਥਿੱਤ ਨੂੰ 13 ਕਰ ਲਏ, 12 11 10 9 8 7 6 5 4 3 ਤੇ ਏਕਮ ਵਾਲੇ ਦਿਨ ਇੱਕ, ਜਾਂ ਮੱਸਿਆ ਪੂਰਨਮਾਸ਼ੀ ਜਿਹੜਾ ਵੀ 15ਵਾਂ ਦਿਨ ਬਣਦਾ ਹੈ ਉਸ ਦਿਨ ਇੱਕ ਬੁਰਕੀ। ਉਸ ਤੋਂ ਬਾਅਦ ਜਿਹੜਾ ਚੰਦਰਮਾ ਦਾ ਅਗਲਾ ਪੱਖ ਸ਼ੁਰੂ ਹੋਵੇ ਉਸ ਦਿਨ ਫਿਰ ਇੱਕ ਇੱਕ ਕਰਕੇ ਵਧਾਉਣਾ ਸ਼ੁਰੂ ਕਰ ਦੇ। ਇੱਕ ਛਕੇ, ਫਿਰ 2 ਛਕੇ, ਤੇ ਲਾਸਟ ਵਾਲੇ ਦਿਨ ਫਿਰ ਉਹੀ ਮੋਰ ਆਂਡੇ ਜਿੰਨਾ 15 ਬੁਰਕੀਆਂ ਜਿੰਨਾ ਭੋਜਨ ਛਕਣਾ, ਬਹੁਤਾ ਨਾ ਛਕਣਾ, ਰੱਬ ਦਾ ਨਾਮ ਜਪਣਾ। ਇਹਨੂੰ ਕਹਿੰਦੇ ਆ ਚੰਦਰਾਇਣੀ ਵਰਤ। ਇਹ ਸਨਾਤਨ ਮਤੀਏ ਉਸ ਵੇਲੇ ਕਰਦੇ ਆ ਜਦੋਂ ਕੋਈ ਬਹੁਤ ਵੱਡਾ ਘੋਰ ਅਪਰਾਧ ਵਜਰ ਪਾਪ ਹੋ ਜਾਵੇ ਤੇ ਉਹਨੂੰ ਬਖਸ਼ਾਉਣ ਦੇ ਲਈ ਇਹ ਕੀਤਾ ਜਾਂਦਾ, ਉਹਦੇ ਪਛਤਾਪ ਦੇ ਲਈ ਕੀਤਾ ਜਾਂਦਾ ਹੈ। ਇਹਨੂੰ ਕਹਿੰਦੇ ਜਿਹੜਾ ਤੀਜੇ ਪ੍ਰਕਾਰ ਦਾ ਜਿਹੜਾ ਕਰਮ ਹੈ ਇਹਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ ਹੈ। ਤੇ ਚੌਥਾ ਜਿਹੜਾ ਕਰਮ ਹੈ ਉਹ ਉਪਾਸ਼ਨਾ ਰੂਪ ਹੈ। ਆਪਣੇ ਇਸ਼ਟ ਨੂੰ, ਆਪਣੇ ਗੁਰੂ ਪੀਰ ਨੂੰ ਉਪਮਾ ਤੋਂ ਰਹਿਤ ਜਾਣ ਕਰਕੇ ਪੂਜਣਾ, ਅਨੂਪ। ਸੋ ਉਪਮਾ ਤੋਂ ਰਹਿਤ ਜਿਹੜਾ ਆਪਣਾ ਇਸ਼ਟ ਹੈ ਉਹਦੇ ਵਿੱਚ ਭਾਵਨਾ ਕਰਕੇ ਉਹਦਾ ਪੂਜਨ ਕਰਨਾ। ਇਹ ਚਾਰੇ ਸ਼ੁਭ ਕਰਮ ਜਿਹੜੇ ਸਦੀਵ ਕਰਨੇ ਚਾਹੀਏ ਔਰ ਕਰਮ ਕਰਦਿਆਂ ਹੋਇਆ ਨਿਸ਼ਕਾਮ ਰਹੇ ਔਰ ਭਲੇ ਨਿਰਨੀਵ, ਭਲੇ ਪ੍ਰਕਾਰ ਕਰਕੇ ਨਿਰਨੀਵ ਸਿਰਨੀਮਾ ਕਰਕੇ ਨਿਮਰਤਾ ਧਾਰਨ ਕਰਕੇ ਰਹੇ। ਫਿਰ ਪਰਮੇਸ਼ਰ ਦੇ ਅੱਗੇ ਅਥਵਾ ਜਿਹੜਾ ਸੱਚਾ ਗੁਰੂ ਹੈ ਜਿਹਦੇ ਉਪਦੇਸ਼ ਲਿਆ ਹੋਇਆ, ਜਿਹਦੇ ਚਰਨੀ ਲੱਗਿਆ ਹੋਇਆ ਹੈ, ਜਗਿਆਸੂ ਸਿੱਖ ਮਮਿੱਖੂ, ਸੋ ਉਸ ਦੇ ਕੋਲ ਜਾ ਕੇ ਆਪਣੇ ਸਾਰੇ ਕਰਮਾਂ ਨੂੰ ਨਿਰਣੈ ਕਰਕੇ ਨਿਸ਼ਚੈ ਕਰਕੇ ਅਰਪਣ ਕਰ ਦੇਵੇ। ਤੇ ਪੰਜਵਾਂ ਜਿਹੜਾ ਕਰਮ ਹੈ ਉਹਨੂੰ ਕਹਿੰਦੇ ਨਖਿੱਧ ਪਛਾਣ ਲਵੋ। ਨਖਿੱਧ ਕਰਮ ਜਿਨ੍ਹਾਂ ਨੂੰ ਧਰਮ ਸ਼ਾਸਤਰਾਂ ਗੁਰੂ ਪੀਰਾਂ ਨੇ ਮਨਾ ਕੀਤਾ ਹੋਇਆ ਉਹ ਕਰਮ ਕਰ ਬਹਿਣਾ, ਉਹਨੂੰ ਕਹਿੰਦੇ ਨਖਿੱਧ ਕਰਮ ਕਿਹਾ ਜਾਂਦਾ ਹੈ। ਜਿਵੇਂ ਕਹਿੰਦੇ ਆਦਿਕ ਪਰ ਇਸਤਰੀ ਰਤ ਠਾਨ, ਪਰ ਇਸਤਰੀ ਦਾ ਸੰਗ ਕਰਨਾ, ਕੋਈ ਤੰਬਾਕੂ ਦਾ ਸੇਵਨ ਕਰ ਲੈਣਾ, ਕੋਈ ਮਾਸ ਅੰਡਾ ਆਦਿਕ ਵਰਤ ਲੈਣਾ, ਸ਼ਰਾਬ ਕਬਾਬ ਇਤਿਆਦਿਕ ਨਸ਼ਿਆਂ ਦੇ ਵਿੱਚ ਪੈ ਜਾਣਾ। ਸੋ ਇਹ ਕਹਿੰਦੇ ਨਖਿੱਧ ਕਰਮ ਹਨ। ਕਹਿੰਦੇ ਐਸੇ ਜਿਹੜੇ ਨਖਿੱਧ ਕਰਮ ਹੈ ਇਹਨਾਂ ਨੂੰ ਅੰਗੀਕਾਰ ਨਾ ਕਰੇ ਕਦੇ ਵੀ, ਇਹ ਕਰਮਾਂ ਵਿੱਚ ਪ੍ਰਵਿਰਤ ਨਾ ਹੋਵੇ। ਜਿਹੜਾ ਵੀ ਮਨੁੱਖ ਸ਼੍ਰੇ ਨਾਮ ਹੈ ਮੁਕਤੀ ਦਾ, ਜਿਹੜਾ ਮੁਕਤੀ ਚਾਹੁੰਦਾ, ਕਲਿਆਣ ਚਾਹੁੰਦਾ, ਕਲਿਆਣ ਦੀ ਇੱਛਾ ਮਨ ਵਿੱਚ ਰੱਖਦਾ ਹੈ। ਹਾਂ ਕਹਿੰਦੇ ਜਦੋਂ ਭਗਤ ਯੋਗ ਕਰਦਾ ਹੋਇਆ ਨਿਸ਼ਕਾਮ ਰਹੇਗਾ ਉਸ ਵੇਲੇ ਮਨ ਬੁੱਧੀ ਜਿਹੜੀ ਹੈ ਅੰਤःਕਰਨ ਹੈ ਉਹ ਸ਼ੁੱਧ ਹੋ ਜਾਏਗਾ, ਅਭਰਾਮ ਬਹੁਤ ਸੁੰਦਰ ਹੋ ਜਾਵੇਗਾ। ਉਦਾਹਰਨ ਦਿੰਦੇ ਹੈ ਵੀ ਜਿਵੇਂ ਮਲੀਨ ਵਸਤਰ ਹੈ, ਲਿਬੜੇ ਹੋਏ ਕੱਪੜੇ ਹੈ ਤੇ ਬਹੁਤ ਹੀ ਮੈਲ ਪੈ ਜਾਵੇ ਤਾਂ ਉਹ ਕਾਲੇ ਹੋ ਜਾਂਦੇ ਹਨ। ਤੇ ਕੋਈ ਮਨੁੱਖ ਹੱਥ ਵਿੱਚ ਸਾਬਣ ਲੈ ਕੇ ਤੇ ਪਾਣੀ ਦੇ ਨਾਲ ਉਹ ਰਗੜ ਕੇ ਸਾਬਣ ਨੂੰ ਉਹਨਾਂ ਕੱਪੜਿਆਂ ਦੇ ਉੱਤੇ, ਉਹਨਾਂ ਕੱਪੜਿਆਂ ਨੂੰ ਰਗੜ ਕੇ ਧੋ ਲਵੇ, ਪਖਾਰ ਲਵੇ, ਉਜਲੇ ਕਰ ਲਵੇ। ਸੋ ਇਸ ਪ੍ਰਕਾਰ ਕਹਿੰਦੇ ਇਸ ਉਪਾਅ ਦੇ ਨਾਲ ਜਿਵੇਂ ਮਨ ਸ਼ੁੱਧ ਹੋ ਜਾਵੇ। ਮਨ ਦੀ ਸ਼ੁੱਧੀ ਕਿਵੇਂ ਹੈ? ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦਾ ਜਿਹੜਾ ਪਾਣੀ ਲੈਣਾ ਤੇ ਸ਼ਰਧਾ ਦੀ ਸਾਬਣ ਲੈ ਕੇ ਤੇ ਉਹ ਜਿਹੜਾ ਮਨ ਨੂੰ ਉਜਲਾ ਕਰ ਲੈਣਾ, ਜਦੋਂ ਇਸ ਪ੍ਰਕਾਰ ਸ਼ੁੱਧ ਕਰ ਲਵੇ
ਵੇਲੇ ਈਸ਼ਵਰ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ, ਈਸ਼ਵਰ ਖੁਸ਼ ਹੁੰਦਾ ਹੈ। ਅੱਗੇ ਗਿਆਨ ਦੇ 4 ਸਾਧਨਾਂ ਦਾ ਵਰਣਨ ਕਰਦੇ ਹਨ। 4 ਸਾਧਨ ਆ ਜਿਹੜੇ ਗਿਆਨ ਦੇ, ਉਹਨਾਂ ਨੂੰ ਕਹਿੰਦੇ ਹਿਰਦੇ ਵਿੱਚ ਪੈਦਾ ਕਰੇ ਤੇ ਮਨ ਨੂੰ ਐਨ ਸ਼ੁੱਧ ਕਰ ਲਏ, ਸਾਫ਼ ਕਰ ਲਵੇ, ਹਿਰਦਾ ਸ਼ੁੱਧ ਕਰ ਲਏ। ਕਿਉਂਕਿ ਜਿਵੇਂ ਸੁਧਰੇ ਹੋਏ ਖੇਤ ਵਿੱਚ ਜਿੱਥੇ ਚੰਗੀ ਤਰ੍ਹਾਂ ਹਲ ਵਾਹਿਆ ਹੋਇਆ, ਸੁਹਾਗਾ ਲਾਇਆ ਹੋਇਆ, ਖੇਤ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ ਹੋਈ ਹੈ, ਉੱਥੇ ਅੰਨ ਉਗਦਾ ਹੈ। ਫਿਰ ਕਹਿੰਦੇ ਮਨ ਨੂੰ ਇਸ ਪ੍ਰਕਾਰ ਸਾਫ਼ ਕਰ ਲਵੇਗਾ ਨਾ ਜਿਸ ਵੇਲੇ, ਤਾਂ ਸਾਰਿਆਂ ਤੋਂ ਪਹਿਲਾਂ ਕਹਿੰਦੇ ਜਿਹੜਾ 4 ਸਾਧਨਾਂ ਦੇ ਵਿੱਚੋਂ ਬੈਰਾਗ ਇਹ ਮਨ ਵਿੱਚ ਇਸ ਪ੍ਰਕਾਰ ਫੁਰੇਗਾ ਤੇ ਫਿਰ ਸਵਰਗਾਂ ਦੇ ਵੀ ਜਿਹੜੇ ਸੁੱਖ ਆ ਨਾ ਉਹ ਵੀ ਕਾਗ ਵਿਸ਼ਟਾ ਸਮ ਲੱਗਣਗੇ। ਜਿਵੇਂ ਕਾਂ ਦੀ ਬਿੱਠ ਹੁੰਦੀ ਆ ਨਾ, ਕਾਂ ਦੀ ਬਿੱਠ ਦੇ ਵਾਂਗੂ ਵਿਅਰਥ ਹੀ ਉਹ ਜਿਹੜੇ ਸਵਰਗਾਂ ਦੇ ਸੁੱਖ ਲੱਗਣਗੇ। ਸਵਰਗਾਂ ਦੇ ਸੁੱਖ ਕੁਝ ਵੀ ਮਾਇਨੇ ਨਹੀਂ ਰੱਖਣਗੇ। ਫਿਰ ਕਹਿੰਦੇ ਲੋਕ ਅਤੇ ਪਰਲੋਕ ਦੇ ਜਿੰਨੇ ਵੀ ਵਿਸ਼ਿਆਂ ਦੇ ਸੁੱਖ ਹਨ, ਬਮਨ ਨਾਮ ਹੈ ਉਲਟੀ ਦਾ, ਉਛਾਲੀ ਦਾ। ਕਹਿੰਦੇ ਫਿਰ ਉਹ ਬਮਨ ਸਮਾਨ ਲੱਗਦੇ ਆ, ਉਲਟੀ ਵਰਗੇ ਲੱਗਦੇ ਆ, ਜਿਵੇਂ ਉਲਟੀ ਕੀਤੀ ਹੋਈ ਚੰਗੀ ਨਹੀਂ ਲੱਗਦੀ ਨਾ। ਇਸ ਪ੍ਰਕਾਰ ਕਹਿੰਦੇ ਲੋਕ ਪਰਲੋਕ ਦੇ ਜਿਹੜੇ ਵਿਸ਼ੇ ਸੁੱਖ ਹੈ ਉਸ ਵੇਲੇ ਜਗਿਆਸੂ ਨੂੰ ਚੰਗੇ ਨਹੀਂ ਲੱਗਦੇ ਹਨ। ਫਿਰ ਤੱਤ ਦਾ ਤੇ ਮਿਥਿਆ ਦਾ। ਤੱਤ ਕੀ ਹੈ, ਸੱਚ ਕੀ ਹੈ, ਤੇ ਮਿਥਿਆ ਨਾਸ਼ਵੰਤ ਕੀ ਹੈ। ਜਦੋਂ ਇਸ ਪ੍ਰਕਾਰ ਦਾ ਵਿਚਾਰ ਮਨ ਵਿੱਚ ਸਫੁਰਨ ਹੋਵੇ, ਇਹ ਕਹਿੰਦੇ ਪਹਿਲਾ ਵਿਰਾਗ ਦੱਸਿਆ, ਹੁਣ ਇਹ ਦੂਸਰਾ ਸਾਧਨ ਜਿਹੜਾ ਕਹਿੰਦੇ ਇਹ ਵਿਵੇਕ ਉਚਾਰਿਆ ਹੈ। ਇਸ ਨੂੰ ਵਿਵੇਕ ਕਿਹਾ ਜਾਂਦਾ ਹੈ। ਫਿਰ ਕਹਿੰਦੇ ਯਥਾਰਥ ਰੂਪ ਕੀ ਹੈ, ਆਤਮ ਕੀ ਹੈ। ਆਤਮਾ ਨੂੰ ਯਥਾਰਥ ਰੂਪ ਦੇ ਵਿੱਚ ਜਾਣਨਾ ਵੀ ਆਤਮਾ ਸਤ ਹੈ। ਆਤਮਾ ਜਿਹੜੀ ਉਹ ਸਦੀਵ ਸਤ ਹੈ, ਕਦੇ ਖਤਮ ਨਹੀਂ ਹੋਣ ਵਾਲੀ। ਇਹ ਤੱਤ ਦੀ ਗੱਲ ਨੂੰ ਪਛਾਣ ਲਵੇ, ਉਹ ਬ੍ਰਹਮ ਨੂੰ ਤੱਤ ਨੂੰ ਪਛਾਣ ਲਵੇ ਤੇ ਇਹ ਵੀ ਜਾਣ ਲਵੇ ਵੀ ਸੱਚ ਅਤੇ ਝੂਠ ਜਿਹੜੇ ਉਹ ਦੋਨੇ ਇੱਕ ਦੇ ਵਿੱਚ ਹੀ ਹੈ। ਵੀ ਇਹ ਸੰਸਾਰ ਆ ਨਾ, ਇਹ ਸੰਸਾਰ ਸੱਚ ਵੀ ਹੈ ਤੇ ਝੂਠ ਵੀ ਹੈ। ਕਿਉਂਕਿ ਉਸੇ ਚੀਜ਼ ਨੂੰ ਹੀ ਮਿਥਿਆ ਕਿਹਾ ਜਾਂਦਾ ਨਾ, ਵੀ ਜਿਹੜੀ ਆਪਾਂ ਨੂੰ ਦੇਖਣ ਨੂੰ ਸੱਚ ਵੀ ਲੱਗੇ ਤੇ ਉਹਦਾ ਵਿਨਾਸ਼ ਵੀ ਹੋਵੇ, ਉਹਨੂੰ ਮਿਥਿਆ ਕਿਹਾ ਜਾਂਦਾ ਹੈ। ਉਹਨੂੰ ਬਿਨਸਨਹਾਰ ਕਿਹਾ ਜਾਂਦਾ ਹੈ। ਜਿਹੜੀ ਚੀਜ਼ ਦਿਖਾਈ ਵੀ ਦੇਵੇ ਪਰ ਉਹ ਸਦੀਵ ਵੀ ਨਾ ਹੋਵੇ, ਉਹਨੂੰ ਮਿਥਿਆ ਕਿਹਾ ਜਾਂਦਾ ਹੈ। ਸੋ ਸੱਚ ਝੂਠ ਹੋਏ ਇੱਕ ਹੀ ਵੇਖੇ। ਸੰਸਾਰ ਦੇ ਵਿੱਚ ਸੱਚ ਅਤੇ ਝੂਠ ਦੋਵੇਂ ਕਿਵੇਂ ਹੈ? ਕਿਉਂਕਿ ਦੁਨੀਆ ਮਰ ਰਹੀ ਹੈ, ਦੁਨੀਆ ਜਾ ਰਹੀ ਹੈ ਤੇ ਲੱਗਦਾ ਹੈ ਵੀ ਸੰਸਾਰ ਮਿਥਿਆ ਹੈ, ਇਹਦੇ ਕੋਈ ਰਹਿਣ ਵਾਲਾ ਨਹੀਂ। ਪਰ ਨਾਲ ਦੀ ਨਾਲ ਉਨੇ ਜੀਵ, ਉਨੇ ਬਾਲਕ, ਉਨੇ ਬੱਚੇ ਜਨਮ ਵੀ ਲੈ ਰਹੇ ਆ ਤੇ ਫਿਰ ਲੱਗਦਾ ਵੀ ਇਹ ਸੱਚ ਹੈ। ਸੋ ਸੱਚ ਅਤੇ ਝੂਠ ਦੋਵਾਂ ਨੂੰ ਸੰਸਾਰ ਦੇ ਵਿੱਚ ਇਕੱਠੇ ਜਾਣ ਲਵੇ, ਇਸੇ ਦਾ ਨਾਮ ਹੀ ਮਿਥਿਆ ਹੈ। ਜਦੋਂ ਜਿਹੜਾ ਆਸਰਾ ਰੂਪ ਹੈ ਸੋ ਉਹਨੂੰ ਸੱਚ ਕਰਕੇ ਜਾਣ ਲਿਆ ਜਾਵੇ ਤੇ ਉਹਦੇ ਵਿੱਚ ਜਿਹੜੀ ਕਲਪਨਾ ਕੀਤੀ ਹੋਈ ਹੈ, ਸੱਚ ਦੇ ਵਿੱਚ ਜਿਹੜੀ ਝੂਠ ਦੀ ਕਲਪਨਾ ਹੈ ਉਹਦੀ ਪਛਾਣ ਹੋ ਜਾਵੇ। ਜਿਵੇਂ ਆਪਾਂ ਪਿੱਛੇ ਵੀ ਪੜ੍ਹਿਆ ਸੀ ਵੀ ਰਜਮੈ ਸਰਪ, ਰੱਜੂ ਦੇ ਵਿੱਚ ਰੱਸੀ ਦੇ ਵਿੱਚ ਸੱਪ ਦਿਖਾਈ ਦਿੰਦਾ ਹੈ ਤੇ ਸੀਪ ਮੈਂ ਰੂਪਾ, ਸਿੱਪੀ ਦੇ ਵਿੱਚ ਚਾਂਦੀ ਦਿਖਾਈ ਦਿੰਦੀ ਹੈ। ਕਲਪਤ ਹੈ ਨਾ, ਹੈ ਤਾਂ ਨਹੀਂ ਅਸਲ ਵਿੱਚ। ਉਹ ਹਨੇਰੇ ਕਰਕੇ ਰੱਸੀ ਸੱਪ ਲੱਗਦੀ ਹੈ ਤੇ ਹਨੇਰੇ ਕਰਕੇ ਹੀ ਜਦੋਂ ਆਪਾਂ ਪੂਰਾ ਚੰਗੀ ਤਰ੍ਹਾਂ ਨਹੀਂ ਦੇਖਿਆ ਉਸ ਵੇਲੇ ਜਿਹੜਾ ਸਿੱਪੀ ਦੇ ਵਿੱਚ ਚਾਂਦੀ ਦਿਖਾਈ ਦਿੰਦੀ ਹੈ। ਤੇ ਇਸੇ ਤਰ੍ਹਾਂ ਹੀ ਭੂਖਣਾ ਦੇ ਵਿੱਚ ਜਿਹੜਾ ਸੋਨਾ ਦਿਖਾਈ ਨਹੀਂ ਦਿੰਦਾ ਆਪਾਂ ਨੂੰ, ਹੈ ਤਾਂ ਸੋਨਾ ਹੀ, ਪਰ ਜਦੋਂ ਉਹਦਾ ਕੋਈ ਗਹਿਣਾ ਬਣ ਜਾਏ ਆਪਾਂ ਉਹਦਾ ਵੱਖਰਾ ਨਾਮ ਦਿੰਦੇ ਵੀ ਇਹ ਤਾਂ ਮੁੰਦੀ ਹੈ, ਇਹ ਰਿੰਗ ਹੈ, ਇਹ ਕਾਂਟੇ ਹੈ, ਇਹ ਝੁਮਕੇ ਹੈ, ਇਹ ਕੜਾ ਹੈ ਤਾਂ ਸੋਨਾ, ਪਰ ਆਪਾਂ ਉਹਨੂੰ ਵੱਖਰਾ ਨਾਮ ਦੇ ਦਿੱਤਾ। ਸੋ ਭੂਖਣ ਹੇਮ ਵਿਖੇ ਅਨਰੂਪਾ,
ਜਿਵੇਂ ਸੋਨੇ ਦੇ ਵਿੱਚ ਕਹਿੰਦੇ ਭੂਖਣ ਹੁੰਦੇ ਹੈ ਤਾਂ ਕਹਿੰਦੇ ਇਹ ਇੱਕੋ ਰੂਪ ਦੇ ਹੀ ਹੈ, ਤਾਂ ਇੱਕੋ ਸੋਨਾ ਹੀ, ਪਰ ਭੂਖਣਾਂ ਨੂੰ ਵੱਖਰੇ ਸਮਝਦੇ ਹਾਂ। ਇਸੇ ਤਰ੍ਹਾਂ ਕਹਿੰਦੇ ਆਤਮਾ ਨੂੰ ਵੱਖਰਾ ਨਾ ਜਾਣਨਾ, ਉਹਨੂੰ ਸਤ ਰੂਪ ਹੀ ਜਾਣਨਾ ਕਿ ਬ੍ਰਹਮ ਦਾ ਹੀ ਸਰੂਪ ਹੈ। ਦੇਹੀ ਸਰੀਰ ਆਦਿਕ ਮਾਇਆ ਜੋ ਹੈ ਸਾਰਾ ਪ੍ਰਪੰਚ, ਇਹ ਪ੍ਰਪੰਚ ਦਾ ਪਸਾਰਾ ਹੈ ਸੰਸਾਰ। ਇਸ ਪ੍ਰਕਾਰ ਤਤ ਕੀ ਹੈ ਤੇ ਮਿਥਿਆ ਕੀ ਹੈ, ਅਵਨਾਸ਼ੀ ਕੀ ਹੈ ਤੇ ਨਾਸ਼ਵੰਤ ਕੀ ਹੈ, ਇਸ ਚੀਜ਼ ਦਾ ਵਿਚਾਰ ਕਰਨਾ। ਇਹ ਕਹਿੰਦੇ ਦੂਜਾ ਸਾਧਨ ਹੈ ਜਗਿਆਸੂ ਦਾ, ਜਿਹੜਾ ਗਿਆਨ ਪ੍ਰਾਪਤੀ ਵਾਲਾ ਨਾ, ਉਸ ਦਾ ਕਹਿੰਦੇ ਵਿਵੇਕ ਦੂਜਾ ਸਾਧਨ ਜਾਣ ਲਵੋ। ਔਰ ਜਿੰਨੀਆਂ ਵਾਸ਼ਨਾਵਾਂ ਮਨ ਦੇ ਵਿੱਚ ਹਨ ਉਹਨਾਂ ਸਾਰਿਆਂ ਨੂੰ ਤਿਆਗ ਦੇਣ ਦਾ ਨਾਮ ਸਮ ਹੈ। ਕਿਉਂਕਿ ਇਹ ਖਟ ਸੰਪਤਾ ਦਾ ਦੱਸ ਇਹ ਆ ਕਿ ਹੈ ਤਾਂ ਇਹਨੂੰ ਇੱਕੋ ਸਾਧਨ ਗਿਣਿਆ ਜਾਂਦਾ, ਪਰ 6 ਚੀਜ਼ਾਂ ਦਾ ਸਮੁਦਾਇ, ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਠੀ ਪ੍ਰਤੀਕਸ਼ਾ ਜਾਨੀਆ ਭਿੰਨ ਭਿੰਨ ਯਹ ਨਾ। 6 ਚੀਜ਼ਾਂ ਦਾ ਸਮੁਦਾਇ ਹੈ, ਪਰ ਹੈ ਇਹ ਤੀਜਾ ਸਾਧਨ। ਪਰ ਇਹਦੇ ਵਿੱਚ ਜਿਹੜੀਆਂ 6 ਚੀਜ਼ਾਂ ਉਹਨਾਂ ਨੂੰ ਇਕੱਲੀ ਇਕੱਲੀ ਗਿਣਦੇ ਹੈ ਵੀ ਜਿੰਨੀਆਂ ਮਨ ਦੀਆਂ ਵਾਸ਼ਨਾਵਾਂ ਉਹਨਾਂ ਨੂੰ ਤਿਆਗ ਦੇਣ ਦਾ ਨਾਮ ਸਮ ਅਵਸਥਾ ਹੈ। ਫਿਰ ਸਾਰੇ ਵਿਸ਼ਿਆਂ ਤੋਂ ਜਦੋਂ ਇੰਦਰੇ ਰੁਕ ਜਾਣ, ਇੰਦਰੇ ਵਿਸ਼ਿਆਂ ਤੋਂ ਰੋਕ ਲੈਣੇ, ਨਿੱਕੀ ਮੱਤ ਵਾਲੇ, ਚੰਗੀ ਮੱਤ ਵਾਲੇ, ਚੰਗੀ ਬੁੱਧੀ ਵਾਲੇ ਇਸ ਨੂੰ ਦਮ ਦਾ ਨਾਮ ਦਿੰਦੇ ਹਨ। ਫਿਰ ਜਿੰਨੇ ਵਿਸ਼ੇ ਸੁੱਖ ਹੈ ਜਦੋਂ ਸਾਰੇ ਪ੍ਰਾਪਤ ਹੋ ਜਾਣ, ਵਿਸ਼ੇ ਸਾਹਮਣੇ ਹੋਣ ਪਰ ਉਹਨਾਂ ਨੂੰ ਭੋਗਣ ਦੀ ਤ੍ਰਿਸ਼ਨਾ ਮਨ ਦੇ ਵਿੱਚ ਪੈਦਾ ਨਾ ਹੋਵੇ, ਉਹਨਾਂ ਨੂੰ ਅੰਗੀਕਾਰ ਕਰਨਾ, ਉਹਨਾਂ ਨੂੰ ਭੋਗਣਾ ਮਨ ਨੂੰ ਭਾਵੇ ਨਾ ਜਿਸ ਵੇਲੇ, ਇਹਦਾ ਨਾਮ ਕਹਿੰਦੇ ਉਪਰਤ ਹੈ, ਇਹਦਾ ਨਾਮ ਉਪਰਾਮਤਾ ਹੈ। ਫਿਰ ਸ਼ੀਤ ਤੇ ਉਸਨ, ਸਰਦੀ ਤੇ ਗਰਮੀ, ਭੁੱਖ ਪਿਆਸ, ਦੁੱਖ ਸੁੱਖ ਇਤਿਆਦਿਕ ਜਿਹੜੀਆਂ ਸਾਰੀਆਂ ਚੀਜ਼ਾਂ ਹੈ, ਸੋ ਇਹ ਸਾਰੇ ਜਿਹੜੇ ਦੁੱਖ ਹਨ ਇਹਨਾਂ ਸਾਰਿਆਂ ਨੂੰ ਸਮ ਅਵਸਥਾ ਦੇ ਵਿੱਚ ਸਹਿਣ ਕਰ ਲੈਣਾ। ਨਾ ਦੁੱਖ ਦਾ ਕੋਈ ਬਹੁਤਾ ਦੁਖੀ ਹੋਣਾ, ਦੁੱਖ ਦੇ ਨਾਲ ਸੁੱਖ ਦੇ ਵਿੱਚ ਬਹੁਤਾ ਖੁਸ਼ ਨਾ ਹੋਣਾ। ਸੋ ਇਸ ਪ੍ਰਕਾਰ ਦੀ ਕਹਿੰਦੇ ਜਿਹੜੀ ਅਵਸਥਾ ਇਹਨੂੰ ਤਤਿਕਸ਼ਾ ਕਿਹਾ ਜਾਂਦਾ ਹੈ। ਆਪਣੇ ਇਸ਼ਟ ਦੇਵ ਦੇ ਵਿੱਚ ਹਿਰਦੇ ਨੂੰ ਲਾ ਕੇ ਰੱਖਣਾ, ਹਿਰਦੇ ਵਿੱਚ ਇਸ਼ਟ ਦੇਵ ਨੂੰ ਵਸਾ ਲੈਣਾ, ਹੋਰ ਸਾਰਿਆਂ ਪਾਸਿਆਂ ਤੋਂ ਬਿਰਤੀ ਨੂੰ ਰੋਕ ਕੇ ਆਪਣੇ ਇਸ਼ਟ ਦੇਵ ਦੇ ਵਿੱਚ ਹੀ ਲਾ ਲੈਣਾ। ਇਹਦਾ ਨਾਮ ਸਮਾਧਾਨ ਕਹਾਇਆ ਜਾਂਦਾ ਹੈ। ਫਿਰ ਗੁਰੂ ਜਿਹੜੇ ਬਚਨ ਕਰੇ, ਗੁਰੂ ਜਿਹੜੀ ਬਾਣੀ ਉਚਾਰਨ ਕਰੇ, ਗੁਰੂ ਦੇ ਉਪਦੇਸ਼ ਦੇ ਉੱਤੇ ਸੱਚੀ ਪ੍ਰਤੀਤੀ ਹੋਣੀ, ਸੱਚਾ ਯਕੀਨ ਵੱਜ ਜਾਣਾ, ਸ਼ੁੱਧ ਚਿੱਤ ਹੋ ਜਾਣਾ। ਔਰ ਸ਼ੁੱਧ ਚਿੱਤ ਵਾਲੇ ਇਸ ਦਾ ਨਾਮ ਸ਼ਰਧਾ ਕਹਿੰਦੇ ਹਨ। ਇਹ ਕਹਿੰਦੇ 6 ਪ੍ਰਕਾਰ ਦੀ ਜਿਹੜੀ ਸੰਪਤੀ ਹੈ ਇਹ ਕਹਿ ਕੇ ਸੁਣਾ ਦਿੱਤੀ ਹੈ ਗੁਰੂ ਕੇ ਸਿੱਖੋ। ਇਹ ਕਹਿੰਦੇ ਗਿਆਨ ਵਾਸਤੇ, ਗਿਆਨਵਾਨ ਜਗਿਆਸੂ ਦਾ ਇਹ ਤੀਜਾ ਸਾਧਨ ਹੈ ਜਿਹੜਾ ਹਿਰਦੇ ਵਿੱਚ ਵਸ ਜਾਂਦਾ ਹੈ। ਫਿਰ ਕਹਿੰਦੇ ਭੁੱਖ ਅਤੇ ਪਿਆਸ, ਅੰਨ ਅਤੇ ਪਾਣੀ ਦੀ। ਸੋ ਇਹਨਾਂ ਤੋਂ ਬਿਨਾਂ ਹੋਣਾ ਤੇ ਹੋਰ ਕੁਝ ਵੀ ਪ੍ਰਾਣੀ ਨੂੰ ਜਿਸ ਵੇਲੇ ਨਾ ਭਾਵੇ, ਔਰ ਮਨ ਦੇ ਵਿੱਚ ਜਿਹੜੀ ਕਾਂਖਾ ਹੈ, ਇੱਛਾ ਹੈ, ਚਾਹਨਾ ਹੈ, ਉਹ ਸਿਰਫ ਆਤਮ ਸਰੂਪ ਨੂੰ ਪ੍ਰਾਪਤ ਕਰਨ ਦੀ ਹੋਵੇ। ਇਸੇ ਦਾ ਨਾਮ ਹੀ ਮੁਮੁਖਤਾ ਕਿਹਾ ਜਾਂਦਾ ਹੈ, ਇਸੇ ਦਾ ਨਾਮ ਹੀ ਮੋਖ ਦੀ ਪ੍ਰਾਪਤੀ ਦੀ ਇੱਛਾ ਕਿਹਾ ਜਾਂਦਾ ਹੈ। ਜਦੋਂ ਕਹਿੰਦੇ ਇਹ ਚਾਰੇ ਸਾਧਨ ਪ੍ਰਾਪਤ ਹੋ ਜਾਣ, ਵੈਰਾਗ, ਵਿਵੇਕ, ਖਟ ਸੰਮਤੀ ਤੇ ਮੋਖ ਇੱਛਾ,
ਤੇ ਗੁਰੂ ਦੀ ਸ਼ਰਨ ਦੇ ਵਿੱਚ ਬਹੁਤਾ ਰਹਿਣ ਲੱਗ ਪਵੇ ਜਗਿਆਸੂ। ਅੱਗੇ ਦੱਸਦੇ ਆ ਵੀ ਉਹ ਗੁਰੂ ਕੈਸਾ ਹੋਵੇ। ਕਹਿੰਦੇ ਬ੍ਰਹਮ ਨੇਸ਼ਤੀ ਤੇ ਬ੍ਰਹਮ ਸਰੋਤਰੀ। ਇਹ ਗੁਰੂ ਕਿਹੜਾ ਹੈ? ਜਿਹੜਾ ਕਹਿੰਦੇ ਸਰੋਤਰੀ ਹੈ ਬ੍ਰਹਮ ਦਾ, ਜਿਹਨੇ ਸੁਣਿਆ ਹੋਇਆ ਹੈ ਧਾਰਮਿਕ ਪੁਸਤਕਾਂ ਨੂੰ, ਸ਼ਰੁਤੀਆਂ ਨੂੰ, ਸਤ ਸ਼ਰੁਤੀਆਂ ਨੂੰ, ਜਿਹਨੇ ਸੁਣਿਆ ਹੋਇਆ ਸੱਚੇ ਧਾਰਮਿਕ ਗ੍ਰੰਥਾਂ ਨੂੰ, ਔਰ ਨਿਸ਼ਠੀ ਗੁਰਪੂਰਾ। ਸੋ ਕਹਿੰਦੇ ਜਿਹਦੀ ਨਿਸ਼ਠਾ ਵੀ ਹੈ, ਜਿਹਨੇ ਸਾਖਿਆਤਕਾਰ ਦੇਖਿਆ ਵੀ ਹੈ ਬ੍ਰਹਮ ਨੂੰ। ਕਹਿੰਦੇ ਉਸ ਪੂਰੇ ਗੁਰੂ ਤੋਂ ਫਿਰ ਕਹਿੰਦੇ ਪਰਮ ਪਦਵੀ ਪ੍ਰਾਪਤ ਕਰਦਾ ਹੈ। ਜਿਹੜਾ ਉਹ ਗੁਰੂ ਸੂਰਮਾ ਹੈ ਉਹ ਪਰਮ ਪਦਵੀ ਦੀ ਪ੍ਰਾਪਤੀ ਕਰਦਾ, ਤੇ ਜਗਿਆਸੂ ਸੂਰਮਾ ਪਰਮ ਪਦਵੀ ਦੀ ਪ੍ਰਾਪਤੀ, ਕਲਿਆਣ ਦੀ ਪ੍ਰਾਪਤੀ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਠੀ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਹੈ। ਪਰ ਜਿਹੜਾ ਕੇਵਲ ਸਰੋਤਰੀ ਗੁਰੂ ਹੈ, ਜਿਹਨੇ ਬ੍ਰਹਮ ਨੂੰ ਸਾਖਿਆਤ ਦੇਖਿਆ ਨਹੀਂ, ਸਿਰਫ ਸੁਣਿਆ ਧਾਰਮਿਕ ਗ੍ਰੰਥਾਂ ਵਿੱਚ ਜੋ ਪੜ੍ਹਿਆ ਉਹ ਅੱਗੇ ਸੁਣਾ ਰਿਹਾ, ਆਪ ਸੁਣਿਆ ਪਰ ਉਹਦੇ ਉੱਤੇ ਅਮਲ ਕਰਕੇ ਬ੍ਰਹਮ ਨੂੰ ਸਾਖਸ਼ਾਤ ਨਹੀਂ ਦੇਖਿਆ, ਕੇਵਲ ਸਰੋਤਰੀ ਹੈ। ਸੋ ਉਸ ਤੋਂ ਜਿਹੜੀ ਹੈ ਕੇਵਲ ਸਰੋਤਰੀ ਤੇ ਕਲਿਆਣ, ਕਹਿੰਦੇ ਉਸ ਤੋਂ ਜਿਹੜੀ ਇਹ ਕਲਿਆਣ ਮੁਕਤੀ। ਹਾਂ ਕਹਿੰਦੇ ਉਹ ਗਿਆਨ ਤਾਂ ਉਸ ਤੋਂ ਪ੍ਰਾਪਤ ਹੋ ਸਕਦਾ ਹੈ, ਪਰ ਦੁੱਖਾਂ ਦਾ ਹਾਨ ਜਿਹੜਾ ਦੁੱਖਾਂ ਦਾ ਨਾਸ਼ ਨਹੀਂ ਕਰ ਸਕਦਾ ਉਹ। ਤੇ ਇਸੇ ਪ੍ਰਕਾਰ ਜਿਹੜਾ ਸਿਰਫ ਕੇਵਲ ਬ੍ਰਹਮ ਨਿਸ਼ਟ ਹੈ, ਬ੍ਰਹਮ ਸਰੋਤਰੀ ਨਹੀਂ ਹੈ, ਬ੍ਰਹਮ ਨੇਸ਼ਟੀ ਹੈ, ਜਿਹਨੇ ਅਨੁਭਵ ਤਾਂ ਕਰ ਲਿਆ ਪਰ ਉਹ ਪੜ੍ਹਿਆ ਲਿਖਿਆ ਨਹੀਂ, ਧਰਮ ਗ੍ਰੰਥਾਂ ਦਾ ਉਹਨੂੰ ਜਿਹੜਾ ਪਤਾ ਨਹੀਂ, ਅਨਪੜ੍ਹ ਹੈ, ਉਹਨੇ ਪੜ੍ਹਿਆ ਨਹੀਂ, ਵਿਚਾਰਿਆ ਨਹੀਂ ਹੈ। ਸੋ ਉਹ ਵੀ ਕਹਿੰਦੇ ਮੁਕਤ ਨਹੀਂ ਕਰ ਸਕਦਾ, ਉਹ ਵੀ ਮੁਕਤੀ ਨਹੀਂ ਬਖਸ਼ ਸਕਦਾ। ਕਿਉਂਕਿ ਜੇ ਸਿੱਖ ਦੇ ਮਨ ਵਿੱਚ, ਜਗਿਆਸੂ ਦੇ ਮਨ ਵਿੱਚ ਕੋਈ ਸ਼ੰਕਾ ਹੋਵੇਗਾ ਤਾਂ ਉਹ ਫਿਰ ਕਿਵੇਂ ਪੜ੍ਹ ਕੇ ਦੱਸੇਗਾ ਵੀ ਕਿਹੜੇ ਧਰਮ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ, ਰਹਿਤਨਾਮਾ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ, ਜਾਂ ਵੇਦ ਸ਼ਾਸਤਰ ਕੀ ਕਹਿੰਦੇ ਹੈ, ਸ਼ਰੁਤੀਆਂ ਕੀ ਕਹਿੰਦੀਆਂ, ਵੇਦ ਕੀ ਕਹਿੰਦੇ ਹੈ, ਧਾਰਮਿਕ ਪੁਸਤਕਾਂ ਵਿੱਚ ਕਿਵੇਂ ਲਿਖਿਆ ਹੋਇਆ ਹੈ। ਸੋ ਕਹਿੰਦੇ ਜਿਹੜਾ ਕੇਵਲ ਬ੍ਰਹਮ ਨੇਸ਼ਟੀ ਹੈ, ਸਰੋਤਰੀ ਨਹੀਂ ਹੈ, ਉਹ ਤੋਂ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹਦੇ ਉੱਤੇ ਕਹਿੰਦੇ ਇੱਕ ਜੁਗਤੀ ਸੁਣੋ, ਇੱਕ ਪ੍ਰਮਾਣ ਸੁਣੋ ਜਿਹੜਾ ਵੇਦਾਂ ਵਿੱਚ, ਸ਼ਰੁਤੀਆਂ ਵਿੱਚ ਆਉਂਦਾ ਹੈ। ਜਿਹਨੇ ਕਹਿੰਦੇ ਵੇਦ ਸ਼ਾਸਤਰ ਸਾਰੇ ਹੀ ਪੜ੍ਹ ਲਏ ਹੋਣ ਪਰ ਬ੍ਰਹਮ ਨੂੰ ਸਾਖਿਆਤਕਾਰ ਜਿਸਨੇ ਨਹੀਂ ਦੇਖਿਆ, ਬ੍ਰਹਮ ਸਾਖਿਆਤਕਾਰ ਨਹੀਂ ਕੀਤਾ, ਜਿਸਨੇ ਕੇਵਲ ਪੜ੍ਹਿਆ ਹੀ ਹੈ ਗਿਆਨ ਨੂੰ ਤੇ ਅੱਗੇ ਸੁਣਾਉਂਦਾ ਹੈ ਸਿਰਫ, ਕਹਿੰਦੇ ਉਹ ਜਿਹੜਾ ਸਰੋਤਰੀ ਗੁਰੂ ਹੈ ਉਹ ਸੰਕੇਤਾਂ ਦੂਰ ਕਰ ਸਕਦਾ ਹੈ। ਜੇ ਮਨ ਵਿੱਚ ਕੋਈ ਸ਼ੰਕਾ ਪੈਦਾ ਹੋਇਆ ਹੈ, ਕੋਈ ਅਸ਼ਰਧਾ ਪੈਦਾ ਹੋਈ ਹੈ, ਉਹ ਤਾਂ ਦੂਰ ਕਰ ਸਕਦਾ ਹੈ। ਪਰ ਕਿਉਂਕਿ ਉਹਦੇ ਕੋਲ ਅਨੁਭਵ ਨਹੀਂ ਹੈ, ਆਤਮਾ ਦੇ ਵਿੱਚ ਪੂਰਨ ਨਹੀਂ ਹੈ, ਅਪੂਰਨ ਤੌਰ ਤੇ ਉਹਨੇ ਆਤਮਾ ਦੇ ਵਿੱਚ ਪਰਮਾਤਮਾ ਨੂੰ ਨਹੀਂ ਦੇਖਿਆ ਹੋਇਆ। ਸੋ ਇਸ ਕਰਕੇ ਉਹ ਸ਼ੰਕੇ ਤਾਂ ਨਿਵਰਤ ਕਰ ਸਕਦਾ, ਬ੍ਰਹਮ ਸਾਖਿਆਤਕਾਰ ਨਹੀਂ ਦਿਖਾ ਸਕਦਾ। ਉਦਾਹਰਨ ਦਿੰਦੇ ਹੈ, ਕਹਿੰਦੇ ਸਰਤਾ ਪਾਰ ਉਤਰਨੇ ਹਾਰ, ਇੱਕ ਸਰਤਾ ਇੱਕ ਨਦੀ, ਇੱਕ ਦਰਿਆ ਹੈ ਤੇ ਉਹ ਤੋਂ ਪਾਰ ਹੋਣ ਦੇ ਲਈ ਕੋਈ ਮਨੁੱਖ ਆਇਆ ਹੈ ਤੇ ਆ ਕੇ ਕੀ ਵੇਖਦਾ ਹੈ ਵੀ ਇੱਕ ਬੇੜੀ ਹੈ ਤੇ ਬੇੜੀ ਦੇ ਵਿੱਚ ਮਲਾਹ ਵੀ ਬੈਠਾ ਹੈ, ਪਰ ਮਲਾਹ ਜਿਹੜਾ ਉਹ ਅੰਧਾ ਹੈ, ਅੰਨਾ ਹੈ ਮਲਾਹ, ਉਹਨੂੰ ਦਿਖਾਈ ਨਹੀਂ ਦਿੰਦਾ। ਤੇ ਜਿਸ ਮਲਾਹ ਨੂੰ ਹੁਣ ਪਰਲਾ ਪਾਰਲਾ ਕਿਨਾਰਾ ਜਿਹੜਾ ਇਧਰਲਾ ਕਿਨਾਰਾ ਤੇ ਉਧਰਲਾ ਕਿਨਾਰਾ, ਕਿਨਾਰੇ ਦਿਖਾਈ ਹੀ ਨਹੀਂ ਦਿੰਦੇ ਹਨ। ਫਿਰ ਕਹਿੰਦੇ ਐਸਾ ਜਿਹੜਾ ਅੰਨਾ ਮਲਾਹ ਹੈ ਉਹ ਤਾਂ ਆਪ ਵੀ ਨਹੀਂ ਤਰ ਸਕਦਾ ਤੇ ਕਿਸੇ ਨੂੰ ਹੋਰ ਵੀ ਨਹੀਂ ਤਰਾ ਸਕਦਾ। ਇਸੇ ਤਰ੍ਹਾਂ ਜਿਹਨੇ ਬ੍ਰਹਮ ਨੂੰ ਸਾਖਿਆਤਕਾਰ ਰੂਪ ਦੇ ਵਿੱਚ ਦੇਖਿਆ ਨਹੀਂ ਤੇ ਗੁਰੂ ਕਹਾਉਂਦਾ ਹੈ, ਸਿਰਫ ਸਰੋਤਰੀ ਗੁਰੂ ਹੈ, ਬ੍ਰਹਮ ਨੇਸ਼ਠੀ ਨਹੀਂ ਹੈ। ਤੇ ਜਿਹੜਾ ਜਿਹਨੇ ਆਪ ਹੀ ਨਹੀਂ ਦੇਖਿਆ, ਆਪ ਹੀ ਅੱਖਾਂ ਤੋਂ ਅੰਨਾ ਹੈ, ਅੰਧਾ ਆਗੂ ਜੇਥੀ ਹੈ, ਜੇ ਆਗੂ ਹੀ ਅੰਨਾ ਹੈ ਤੇ ਕਿਵੇਂ ਪਾਰ ਲਾ ਦੇਵੇਗਾ। ਕਹਿੰਦੇ ਐਸਾ ਜਿਹੜਾ ਸਿਰਫ ਸਰੋਤਰੀ ਗੁਰੂ ਆ ਉਹ ਪਾਰ ਨਹੀਂ ਲਾ ਸਕਦਾ।
ਫਿਰ ਕਹਿੰਦੇ ਜਿਹੜਾ ਦੂਜਾ ਖੇਵਟ, ਦੂਜਾ ਮਲਾਹ ਇੱਕ ਹੋਰ ਬੇੜੀ ਵਿੱਚ ਕਹਿੰਦੇ ਉਹ ਜਿਹੜਾ ਮਲਾਹ ਹੈ ਉਹ ਕਹਿੰਦੇ ਪਿੰਗਲਾ ਵੀ ਹੈ ਤੇ ਗੁੰਗਾ ਵੀ ਹੈ, ਬੋਲ ਵੀ ਨਹੀਂ ਸਕਦਾ ਤੇ ਤੁਰ ਵੀ ਨਹੀਂ ਸਕਦਾ। ਐਸੀ ਹਾਲਤ ਹੈ ਦੂਜੇ ਮਲਾਹ ਦੀ। ਕਹਿੰਦੇ ਉਹਨੂੰ ਮਿਲ ਕੇ ਵੀ ਕਾਰਜ ਪੁੱਜ ਨਹੀਂ ਸਕਦਾ, ਕਾਰਜ ਪੂਰਾ ਨਹੀਂ ਹੋ ਸਕਦਾ, ਉਹ ਵੀ ਪਾਰ ਨਹੀਂ ਲਾ ਸਕਦਾ। ਸੋ ਇਹ ਕਹਿੰਦੇ ਇਹ ਦੂਸਰੇ ਪ੍ਰਕਾਰ ਦਾ ਜਿਹੜਾ ਗੁਰੂ ਹੈ, ਜਿਹੜਾ ਸਿਰਫ ਬ੍ਰਹਮ ਨੇਸ਼ਟੀ ਹੈ, ਬ੍ਰਹਮ ਸਰੋਤਰੀ ਨਹੀਂ ਹੈ। ਫਿਰ ਕਹਿੰਦੇ ਜਿਹੜਾ ਬ੍ਰਹਮ ਨਿਸ਼ਟ ਤਾਂ ਹੈ ਪਰ ਬ੍ਰਹਮ ਸਰੋਤਰੀ ਨਹੀਂ ਹੈ, ਉਹ ਵੀ ਕਿਵੇਂ ਪਾਰ ਲਾ ਦੇਵੇਗਾ, ਕਿਉਂਕਿ ਉਹ ਸ਼ੰਕੇ ਨਿਵਰਤ ਨਹੀਂ ਕਰ ਸਕੇਗਾ। ਕਾਰਨ ਕੀ ਹੈ? ਕਿਉਂਕਿ ਉਹਨੇ ਵੇਦਾਂ ਸ਼ਾਸਤਰਾਂ ਨੂੰ ਲਿਖਿਆ ਨਹੀਂ, ਜਾਣਿਆ ਹੀ ਨਹੀਂ ਹੈ। ਉਹ ਵੀ ਕਹਿੰਦੇ ਸ਼ਰੇ ਮੁਕਤੀ ਕਲਿਆਣ ਨਹੀਂ ਦੇ ਸਕਦਾ, ਕਿਉਂਕਿ ਉਹਦੇ ਵਿੱਚ ਕਹਿਣ ਦੀ ਸਮਰੱਥਾ ਹੀ ਨਹੀਂ ਹੈ। ਉਹ ਕਿਵੇਂ ਬੋਲ ਕੇ ਦੱਸੇਗਾ ਵੀ ਕਿੱਥੇ ਕੀ ਕੁਝ ਲਿਖਿਆ ਹੋਇਆ ਹੈ। ਹਾਂ ਕਹਿੰਦੇ ਇਹ ਜਿਹੜੇ ਦੋਵੇਂ ਹੈ ਬ੍ਰਹਮ ਨੇਸ਼ਟੀ ਤੇ ਬ੍ਰਹਮ ਸੋਤਰੀ, ਬ੍ਰਹਮ ਸਰੋਤਰੀ, ਇਹ ਆਪ ਤਾਂ ਤਰਨ ਵਾਸਤੇ ਸਮਰੱਥ ਹਨ ਪਰ ਇਹ ਕਿਸੇ ਦੂਜੇ ਨੂੰ ਨਹੀਂ ਤਾਰ ਸਕਦੇ। ਇਸ ਕਰਕੇ ਖਾਲਸਾ ਜੀ ਕਹਿੰਦੇ ਇਹ ਗੱਲ ਧਿਆਨ ਦੇ ਨਾਲ ਸੁਣੋ, ਕੰਨ ਦੇ ਕੇ ਸੁਣ ਲਵੋ। ਸਾਡੇ ਜਿਹੜੇ ਗੁਰੂ ਸਾਹਿਬ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਗੁਰੂ ਸਾਹਿਬਾਨ ਆ ਨਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਔਰ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਜਿਹੜੀ ਜੋਤ 10 ਰੂਪਾਂ ਵਿੱਚ ਵਰਤੀ ਹੈ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਬਿਰਾਜਮਾਨ ਹੈ। ਸਾਡੇ ਗੁਰੂਆਂ ਦੀ ਬਾਬਤ ਸੁਣੋ। ਹੁਣ ਪਹਿਲਾਂ ਇਹ ਸਿਰਫ ਜਾਣਕਾਰੀ ਵਾਸਤੇ ਦੱਸਿਆ ਵੀ ਵਿਦਾਂਤ ਦੇ ਵਿੱਚ ਕੀ ਕੁਝ ਹੈ। ਵਿਦਾਂਤ ਦੇ ਵਿੱਚ ਜਿਹੜਾ ਉਸਤਾਦ ਹੈ ਉਹਨੂੰ ਗੁਰੂ ਕਹਿੰਦੇ ਹੈ, ਪਰ ਜਿਹੜੇ ਸਾਡੇ ਗੁਰੂ ਹੈ ਉਹ ਕਿਸ ਪ੍ਰਕਾਰ ਦੇ ਹੈ? ਕਹਿੰਦੇ ਹਮਰੇ ਗੁਰੂ ਸਕਲ ਗੁਣ ਪਾਉਣ। ਸਾਡੇ ਗੁਰੂ ਸਾਹਿਬਾਨ ਆ ਜਿਹੜੇ ਉਹ ਤਾਂ ਸਰਬ ਕਲਾ ਸਮਰੱਥ ਗੁਰੂ ਹਨ। ਸਾਡੇ ਗੁਰੂ ਸਾਹਿਬ ਬ੍ਰਹਮ ਸਰੋਤਰੀ ਵੀ ਹੈ, ਬ੍ਰਹਮ ਨਿਸ਼ਟੀ ਵੀ ਹੈ ਤੇ ਇਸ ਤੋਂ ਇਲਾਵਾ ਹਿਤਕਾਰੀ ਵੀ ਹੈ, ਹਿਤ ਕਰਨ ਵਾਲੇ ਹੈ, ਸਿੱਖ ਦੇ ਨਾਲ ਪ੍ਰੇਮ ਕਰਦੇ ਹਨ ਗੁਰੂ ਸਾਹਿਬ, ਔਰ ਕਿਰਪਾ ਕਰਕੇ ਹੀ ਕਲਿਆਣ ਕਰ ਦਿੰਦੇ ਆ। ਨਾ ਸਾਨੂੰ ਕੋਈ ਉਹ ਸਰੁੱਤੀਆਂ ਨੂੰ ਪੜ੍ਹਨ ਦੀ ਲੋੜ ਹੈ, ਨਾ ਬ੍ਰਹਮ ਨੂੰ ਸਾਖਿਆਤ ਕਰਨ ਦੀ ਲੋੜ ਹੈ। ਹੁਣ ਦੇਖੋ ਕੌਡੇ ਰਾਖਸ਼ ਵਰਗਿਆਂ ਨੂੰ ਕਿਹੜਾ ਮਹਾਰਾਜ ਨੇ ਕੋਈ ਸ਼ਾਸਤਰ ਪੜ੍ਹਾਏ ਸੀ? ਇੱਕ ਕਿਰਪਾ ਦ੍ਰਿਸ਼ਟੀ ਕੀਤੀ ਹੈ ਨਾ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਨੂੰ ਵੀ ਕਿਰਪਾ ਭਰੀ ਨਜ਼ਰ ਨਾਲ ਦੇਖ ਲਿਆ ਉਹੀ ਸੰਤ ਬਣਾ ਦਿੱਤਾ। ਸੱਜਣ ਠੱਗ ਸੀ, ਸੰਤ ਸੱਜਣ ਬਣਾ ਦਿੱਤਾ। ਭੂਮੀਆਂ ਚੋਰ ਸੀ, ਸੰਤ ਭੂਮੀਆਂ ਬਣਾ ਦਿੱਤਾ। ਤੇ ਗੁਰੂ ਪਿਆਰਿਓ ਇਹ ਤਾਂ ਸਨ ਸਜੀਵ ਪ੍ਰਾਣੀ, ਬੋਲ ਸਕਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜ਼ਹਿਰੀਲੇ ਸੱਪ ਤੇ ਪਈ, ਉਹਦੇ ਵੀ ਹਿਰਦੇ ਦੇ ਵਿੱਚ ਅੰਮ੍ਰਿਤ ਪੈਦਾ ਕਰ ਦਿੱਤਾ, ਜ਼ਹਿਰ ਦੂਰ ਕਰ ਦਿੱਤਾ। ਕਦੇ ਸੱਪ ਵੀ ਛਾਵਾਂ ਕਰਦੇ ਹੁੰਦੇ ਆ, ਸੱਪ ਨੇ ਆ ਕੇ ਛਾਂ ਕੀਤੀ। ਤੇ ਦੇਖੋ ਮੱਝਾਂ ਖੇਤ ਚਰ ਗਈਆਂ, ਪਸ਼ੂ ਖੇਤ ਚਰ ਗਏ, ਉਧਰ ਨੂੰ ਅੰਮ੍ਰਿਤ ਦ੍ਰਿਸ਼ਟੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਈ ਤੇ ਉਹ ਖੇਤ ਵੀ ਲਹਿ ਲਹਾ ਉੱਠੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸਾਡੇ ਗੁਰੂ ਸਾਹਿਬਾਨ ਇਹ ਕਿਰਪਾ ਕਰਕੇ ਕਲਿਆਣ ਕਰਦੇ ਹਨ। ਸੋ ਸਾਡੇ ਇਸ਼ਟ ਵੀ ਇਹੀ ਹੈ ਤੇ ਦੇਵਤੇ ਵੀ ਸਾਡੇ ਗੁਰੂ ਸਾਹਿਬ ਹਨ। ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸੱਚੇ ਗੁਰੂ ਦਾ ਸਰੂਪ ਹਨ ਔਰ ਪ੍ਰਤਾਪੀ ਭਾਰੇ, ਬਹੁਤ ਤੇਜ ਪ੍ਰਤਾਪ ਸ਼ਕਤੀ ਵਾਲੇ ਹਨ। ਔਰ ਸਤਿਗੁਰੂ ਜੀ ਆ ਕੇ ਦੁਨੀਆ ਦੇ ਵਿੱਚ ਗੁਰੂ ਨਹੀਂ ਬਣੇ, ਕਿਉਂਕਿ ਦੁਨੀਆ ਦੇ ਗੁਰੂਆਂ ਨੂੰ ਵੇਖਦੇ ਹਾਂ ਆਪਾਂ, ਸਾਰੇ ਆਪੋ ਆਪਣੀ ਜਗ੍ਹਾ ਸਤਿਕਾਰਯੋਗ ਹੈ ਸਾਰੇ ਧਰਮਾਂ ਦੇ। ਕਿਸੇ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਜਾ ਕੇ ਗਿਆਨ ਹੁੰਦਾ, ਕਿਸੇ ਨੂੰ ਕਿੰਨੇ ਸਾਲ ਦੀ ਉਮਰ ਵਿੱਚ। ਪਰ ਭਾਈ ਗੁਰਦਾਸ ਜੀ ਨੂੰ ਪੜ੍ਹੋ, ਭਾਈ ਗੁਰਦਾਸ ਜੀ ਨੇ ਇਹ ਨਹੀਂ ਕਿਹਾ ਵੀ ਬਾਲਕ ਨਾਨਕ ਪ੍ਰਗਟਿਆ। ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਹੈ ਨਾ ਜਿਹੜੀ ਬੜਾ ਧਿਆਨ ਮੰਗਦੀ ਹੈ, ਉਹ ਕਹਿੰਦੇ ਆ ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਬਾਲਕ ਨਹੀਂ ਜੰਮਿਆ, ਸਤਿਗੁਰੂ ਰੂਪ ਹੀ ਪ੍ਰਗਟ ਹੋਏ ਆ, ਸਾਧ ਰੂਪ ਆਪਣਾ ਤਨ ਧਾਰਿਆ।
सतगुरु स्वरूप ही प्रगट हुए है और अकाल पुरख की जोत लेके आए हैं। आप नारायण कला धार जग मैं परवरियो, निरंकार आकार जोत जग मंडल करियो। निरंकार की जोत लैके अकाल पुरख ने आख्या मैं पार ब्रह्म परमेश्वर हाँ, ते गुरु नानक देव महाराज सच्चे पातशाह तुसी गुरु परमेश्वर हो, है परमेश्वर स्वरूप ही। जगतपति जो जगत का पति जगत का मालक परमेश्वर है, ब्रह्म है, उसदे ही अवतार हन। और सतगुर सच्चे पातशाह जी उदारता दे सहित श्रेष्ठ जिहड़े चार पदार्थ बख्शण वाले हन। सो ऐसे जिहड़े धर्म अर्थ काम मोक्ष चारे पदार्थ बख्शण वाले सतगुरु जी हन, उन्हां दी शरण नूं त्यागना योग नहीं है। उन्हां दी शरण, उन्हां दी चरण शरण जाना, उस तो पासे हट जाना, ये ठीक नहीं। क्योंकि साडे सतगुरु जी ये नहीं कहते भी घर बार छड्ड के जंगलों में चले जाओ, बाण प्रस्ती हो जाओ, सन्यासी हो जाओ। सतगुरु जी तो कहते हैं हसंदियां खेलंदियां पैनंदियां खवंदियां विचे होवे मुक्त। ये संसार विच रहे ते निरंकार विच जुड़, ये जग विच रहे ते रब विच जुड़िया रहे। सो गृहस्थ दे विच भोगां नूं भोगदे होए सतगुर ने राज योग बख्शिया, तू गुर प्रसादी कर राज योग। सतगुर ने राजे जोगी बनाया है सिखां नूं, ते अपनी किरपा दे बल दे नाल ही, किरपा शक्ति दे नाल ही कल्याण मुक्ति बख्शण वाले हन। सिख दे हिरदे दे विच ब्रह्म ज्ञान बख्शण वाले हन किरपा करके। साढ़े दसे पातशाह दसे स्वरूप गुरु नानक देव जी महाराज, गुरु अंगद देव जी महाराज, गुरु अमरदास साहब महाराज, धन गुरु रामदास साहब महाराज, धन गुरु अर्जन देव महाराज। इसे प्रकार मीरी पीरी दे मालक सतगुरु गुरु हरगोबिंद साहब महाराज, धन सतगुरु गुरु हरराज साहब महाराज, गुरु हरकृष्ण साहब महाराज, गुरु तेग बहादुर साहब महाराज तथा सतगुरु श्री गुरु गोबिंद सिंह साहब महाराज दसे पातशाहियां इसे प्रकार वो अकाल पुरख की जोत स्वरूप हैं। ते एक नहीं कहते कोटन करोड़ां सिखां दा उधार दसां स्वरूपां विच सतगुरां ने कीता है। तारे गिने जात तेरे तारे ना गिनाता है, आकाश दे तारियां नूं कोई गिन सकदा है, पर सतगुरु साहिबान ने जिन्नियां नूं तार दिता, सतगुरु ने जिन्ने तारे आ ना उन्हां दी गिनती नहीं हो सकदी। सो गुरु रूप हो के आए हैं सतगुर सच्चे पातशाह जी, हरि दा अवतार, पार ब्रह्म परमेश्वर दा अवतार हन। हे गुरु के सिखो वड्डियां भागां दे नाल आपां नूं ऐसे सतगुरु सच्चे पातशाह जी प्राप्त हो गए हन। इस करके खालसा जी अपने वड्डे भाग जान लवो, अपने मन दे विच ये विचार कर लो भी असी गुरु नानक देव महाराज दे सिख हैं, गुरसिख हाँ, तो साडे बहुत वड्डे भाग हन। इस करके ऐसे सतगुरां दा संग हमेशा सानू करना चाहिए है, ऐसे सतगुरां दी चरण शरण पैना चाहिए है। ऐसे सतगुरां नू अपना तन मन धन सब सौंप गुर को हुक्म मन्निया पाईया, तन मन अर्पण करके दास सेवादार जन बन जाना चाहिए है। ते फिर की प्राप्ति होएगी, कहते जग सागर जिहड़ा संसार सागर है ना, उभरो अनियास, बिना किसी प्रयास तो, बिना किसी यतन तो, निर्यतन ही ये संसार समुंदर तो गुरु के सिखा, जब तू गुरु ते भावना रखेगा ना फिर तेरा पार उतारा हो जाएगा। ये लोक सुखिए परलोक सुहिले। इत्थे इस अध्याय की समाप्ति है। कथा विचार दौरान होइयां बेअंत भुलां दी खिमा गरीबनवाज सच्चे पातशाह किरपा करन। समाप्ति दियां तुकां पढ़ के अरदास में शामिल होइए जी। जग सागर उभरो अनियास, वाहिगुरु जी का खालसा, वाहिगुरु जी की फतेह।